ਨੈਸ਼ਨਲ ਯੂਥ ਵੀਕ ਜੋ ਕਿ 12 ਜਨਵਰੀ ਜੋ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਹੁੰਦਾ ਹੈ ਉਸ ਦਿਨ ਤੋਂ ਸ਼ੁਰੂ ਹੋ ਕੇ ਪੂਰਾ ਹਫਤਾ ਮਨਾਇਆ ਜਾਂਦਾ ਹੈ। ਅੱਜ ਉਸ ਦੇ ਸਮਾਪਤੀ ਸਮਾਰੋਹ ਦੇ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ। ਜਿਵੇਂ ਕਿ ਸਾਡੇ ਕਾਲਜ ਦੀ ਰਿਵਾਇਤ ਰਹੀ ਹੈ ਕਿ ਅਸੀਂ ਕਿਸੇ ਵੀ ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਧੁਨੀ ਦੇ ਨਾਲ ਕਰਦੇ ਹਾਂ। ਮੇਰੀ ਸਭ ਨੂੰ ਗੁਜ਼ਾਰਿਸ਼ ਹੈ ਕਿ ਧੁਨੀ ਦੇ ਸਨਮਾਨ ਦੇ ਵਿੱਚ ਖੜੇ ਹੋ ਜਾਓ। ਨੈਸ਼ਨਲ ਯੂਥ ਵੀਕ ਦੇ ਸਮਾਪਤੀ ਸਮਾਰੋਹ ਵਿੱਚ ਪਹੁੰਚਣ ਲਈ ਮੈਂ ਇੱਕ ਵਾਰ ਰਸਮੀ ਤੌਰ ਤੇ ਪ੍ਰਿੰਸੀਪਲ ਸਰ, ਪ੍ਰੋਫੈਸਰ ਸਾਹਿਬਾਨ ਤੇ ਸਾਰੇ ਸਮੂਹ ਵਿਦਿਆਰਥੀਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਜਿਵੇਂ ਕਿ ਹੁਣੇ ਆਪਾਂ ਗੱਲ ਕੀਤੀ ਕਿ ਹਰ ਸਾਲ 12 ਜਨਵਰੀ ਨੂੰ ਜੋ ਕਿ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਹੁੰਦਾ ਹੈ ਉਸ ਦਿਨ ਇਹ ਨੈਸ਼ਨਲ ਯੂਥ ਵੀਕ ਸਟਾਰਟ ਹੋ ਜਾਂਦਾ ਹੈ ਤੇ ਹਫ਼ਤੇ ਤੱਕ ਇਹ ਪ੍ਰੋਗਰਾਮ ਚੱਲਦਾ ਹੈ। ਨੈਸ਼ਨਲ ਯੂਥ ਵੀਕ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਵੱਲੋਂ ਇੱਕ ਸਟਾਰਟ ਕੀਤਾ ਗਿਆ ਵੈਂਚਰ ਹੈ ਜੋ ਸਟੇਟ ਗਵਰਨਮੈਂਟਸ ਤੇ ਗਵਰਨਮੈਂਟ ਆਫ ਇੰਡੀਆ ਦੁਆਰਾ ਚਲਾਇਆ ਜਾਂਦਾ ਹੈ, ਜਿਸ ਦੇ ਅੰਦਰ ਯੂਥ ਫੈਸਟੀਵਲ ਤੇ ਵੱਖ-ਵੱਖ ਯੂਥ ਐਕਟੀਵਿਟੀਜ਼ ਜਿਹੜੀਆਂ ਹੈ ਉਹ ਕਰਵਾਈਆਂ ਜਾਂਦੀਆਂ ਨੇ ਤਾਂ ਕਿ ਜਿੰਨਾ ਵੀ ਯੂਥ ਹੈ ਉਹ ਆਪਾਂ ਕਹੀਏ ਕਿ ਡਿਸਿਪਲਿਨ ਨੂੰ ਸਿੱਖ ਸਕੇ ਜਾਂ ਉਹਨਾਂ ਦੇ ਜਿੰਨੇ ਵੀ ਇਨਰ ਟੈਲੈਂਟਸ ਨੇ ਉਹ ਉੱਭਰ ਕੇ ਸਾਹਮਣੇ ਆ ਸਕਣ। ਤੇ ਸਵਾਮੀ ਵਿਵੇਕਾਨੰਦ ਜੀ ਬਾਰੇ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਇੱਥੇ ਬੋਲਣ ਦੀ ਲੋੜ ਹੈ। 19th ਸੈਂਚੁਰੀ ਦੇ ਉਹ ਯੂਥ ਆਈਕਨ ਰਹੇ ਨੇ ਤੇ ਅਗਰ ਆਪਾਂ ਫੋਰਨ ਕੰਟਰੀਜ਼ ਦੀ ਵੀ ਗੱਲ ਕਰੀਏ ਤਾਂ 1893 ਦੇ ਅੰਦਰ ਸ਼ਿਕਾਗੋ ਦੇ ਵਿੱਚ ਜੋ ਵਰਲਡ ਰਿਲੀਜਨ ਕਾਨਫਰੰਸ ਹੋਈ ਸੀ ਉਸ ਦੇ ਅੰਦਰ ਉਹਨਾਂ ਨੇ ਆਪਣੀ ਸਪੀਚ ਸਟਾਰਟ ਕੀਤੀ ਸੀ, ਬ੍ਰਦਰਸ ਐਂਡ ਸਿਸਟਰ, ਮਾਈ ਬ੍ਰਦਰਸ ਐਂਡ ਸਿਸਟਰਸ ਆਫ ਅਮਰੀਕਾ। ਤੇ ਉਹਨਾਂ ਵਰਡਸ ਦੇ ਨਾਲ ਹੀ ਉਹਨਾਂ ਨੇ ਇੱਕ ਆਪਾਂ ਕਹੀਏ ਕਿ ਇੰਡੀਅਨ ਕਲਚਰ ਦੀ ਛਾਪ ਜਿਹੜੀ ਹੈ ਪੂਰੇ ਵਰਲਡ ਤੇ ਛੱਡ ਦਿੱਤੀ ਸੀ ਤੇ ਉਹਨਾਂ ਵਰਡਸ ਦੇ ਨਾਲ ਹੀ ਆਪਾਂ ਕਹੀਏ ਕਿ ਜੋ ਇੰਡੀਅਨ ਕਲਚਰ ਹੈ ਉਹ ਉਹਨਾਂ ਨੇ ਉੱਥੇ ਰਿਫਲੈਕਟ ਕਰਵਾਇਆ ਤੇ ਉਹਦੇ ਥਰੂ ਹੀ ਉਹਨਾਂ ਵਰਡਸ ਦੇ ਨਾਲ ਹੀ ਉਹਨਾਂ ਦਾ ਨਾਮ ਉਹਨਾਂ ਰੀਜਨਸ ਦੇ ਵਿੱਚ ਜਾਣਿਆ ਜਾਂਦਾ ਹੈ। ਤੇ ਆਪਣੇ ਇੰਡੀਅਨ ਕਲਚਰ ਨੂੰ ਬਹੁਤ ਜ਼ਿਆਦਾ ਅੱਗੇ ਲੈ ਕੇ ਜਾਣ ਦੇ ਵਿੱਚ ਉਹਨਾਂ ਦਾ ਰੋਲ ਰਿਹਾ ਹੈ। ਕਿਤੇ ਨਾ ਕਿਤੇ ਇਸ ਕਰਕੇ ਹੀ ਉਹਨਾਂ ਨੂੰ ਨੈਸ਼ਨਲ ਯੂਥ ਵੀਕ ਦੇ ਨਾਲ ਉਹਨਾਂ ਦੇ ਨੇਮ ਨੂੰ ਜੋੜਿਆ ਗਿਆ ਹੈ। ਤੇ ਬਹੁਤ ਜ਼ਿਆਦਾ ਅੱਜ ਅਸੀਂ ਇਸ ਨੈਸ਼ਨਲ ਯੂਥ ਵੀਕ ਦੇ ਸਮਾਪਤੀ ਸਮਾਰੋਹ ਦੇ ਵਿੱਚ ਜੋ ਇੱਕ ਕੰਪੀਟੀਸ਼ਨ ਕਰਵਾਇਆ ਗਿਆ ਸੀ ਨੈਸ਼ਨਲ ਯੂਥ ਵੀਕ ਨੂੰ ਸੈਲੀਬ੍ਰੇਟ ਕਰਨ ਦੇ ਲਈ ਐਸੇ ਰਾਈਟਿੰਗ ਦਾ, ਉਹਦੇ ਜੋ ਵਿਨਰ ਸਟੂਡੈਂਟਸ ਹੈ ਉਹਨਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਜਾਵੇਗਾ। ਤੇ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਪ੍ਰਿੰਸੀਪਲ ਸਰ ਨੂੰ ਗੁਜ਼ਾਰਿਸ਼ ਕਰੂੰਗੀ ਕਿ ਉਹ ਆ ਕੇ ਇੱਥੇ ਤੁਹਾਡੇ ਲਈ ਦੋ ਲਫ਼ਜ਼ ਜੋ ਹੈ ਕਹਿਣ।
मेरे सत्कारयोग साथी और प्यारे विद्यार्थियों, ਅੱਜ ਅਸੀਂ ਨੈਸ਼ਨਲ ਯੂਥ ਵੀਕ ਦੀ ਸਮਾਪਤੀ ਕਰਨ ਜਾ ਰਹੇ ਹਾਂ। ਜਿਵੇਂ ਮੈਡਮ ਦੇਵਾ ਨੇ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਇਹ 12 ਜਨਵਰੀ ਦਾ ਦਿਨ, ਜਿਸ ਦਿਨ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਹੋਇਆ ਸੀ, ਉਸ ਦਿਨ ਤੋਂ ਲੈ ਕੇ ਪੂਰਾ ਹਫਤਾ ਜਿਹੜਾ ਹੈ ਉਹ ਨੈਸ਼ਨਲ ਯੂਥ ਡੇ ਵਜੋਂ, ਨੈਸ਼ਨਲ ਯੂਥ ਵੀਕ ਵਜੋਂ ਮਨਾਇਆ ਜਾਂਦਾ ਹੈ। ਤੇ ਜਿਹੜਾ 12 ਜਨਵਰੀ ਦਾ ਦਿਨ ਹੈ ਉਹਨੂੰ ਨੈਸ਼ਨਲ ਯੂਥ ਡੇ ਵਜੋਂ ਜਾਣਿਆ ਜਾਂਦਾ ਹੈ। ਸੋ ਇੱਕ ਐਸੀ ਸ਼ਖਸੀਅਤ ਸਵਾਮੀ ਵਿਵੇਕਾਨੰਦ, ਜਿਹੜੇ ਇੱਕ ਬੜੇ ਪੌਸ਼ ਪਰਿਵਾਰ ਦੇ ਵਿੱਚ, ਉਹਨਾਂ ਦੇ ਫਾਦਰ ਬਹੁਤ ਤਕੜੇ ਵਕੀਲ ਸੀ, ਇਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਜਨਮ ਲੈ ਕੇ ਜਿਹੜਾ ਬੰਦਾ ਅਨਪੜ੍ਹਤਾ ਖਤਮ ਕਰਨ ਵਾਸਤੇ ਯਤਨ ਕਰਦਾ ਹੈ, ਜਿਹੜਾ ਬੰਦਾ ਚਾਈਲਡ ਮੈਰਿਜ ਜਿਹੜੀ ਹੈ ਉਹਨੂੰ ਰੋਕਣ ਵਾਸਤੇ ਯਤਨ ਕਰਦਾ ਹੈ, ਕਦੇ ਕਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਸਵਾਮੀ ਵਿਵੇਕਾਨੰਦ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੀ ਜਿਹੜੀ ਹੈ ਉਹ ਕੀ ਜ਼ਰੂਰਤ ਸੀ। ਉਹਨਾਂ ਦਾ ਨਾਮ ਸੀ ਨਰਿੰਦਰ ਦੱਤ। ਬਾਅਦ ਦੇ ਵਿੱਚ ਉਹਨਾਂ ਦਾ ਨਾਮ ਸਵਾਮੀ ਵਿਵੇਕਾਨੰਦ ਜਿਹੜਾ ਉਹ ਪਿਆ। ਤਾਂ ਡਾਊਨ ਟ੍ਰੋਡਨ ਲੋਕ, ਜੋ ਦੱਬੇ ਕੁਚਲੇ ਲੋਕ ਸੀ, ਉਹਨਾਂ ਦੇ ਹੱਕ 'ਚ ਆਵਾਜ਼ ਉਠਾਉਣੀ, ਇਹ ਸਵਾਮੀ ਵਿਵੇਕਾਨੰਦ ਦਾ ਬਹੁਤ ਵੱਡਾ ਹਾਸਲ ਸੀ, ਬਹੁਤ ਵੱਡੀ ਦੇਣ ਸੀ ਸਮਾਜ ਨੂੰ। ਮੇਰੇ ਦਿਮਾਗ 'ਚ ਕਦੇ ਕਦੇ ਇਹ ਆਉਂਦਾ ਕਿ ਸਵਾਮੀ ਵਿਵੇਕਾਨੰਦ ਐਡੇ ਵਧੀਆ ਪਰਿਵਾਰ ਵਿੱਚ ਪੈਦਾ ਹੋਏ, ਉਹਨਾਂ ਨੂੰ ਬਾਹਰ ਪੜ੍ਹਨ ਦਾ ਮੌਕਾ ਮਿਲਿਆ, ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਕਿਉਂ ਆਈ ਕਿ ਜਿਹੜੇ ਡਾਊਨ ਟ੍ਰੋਡਨ ਲੋਕ ਹੈ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਹੈ, ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ। ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਬੰਦੇ ਇਸ ਤਰ੍ਹਾਂ ਦੀ ਜ਼ਿੰਦਗੀ ਨੂੰ ਬਤੀਤ ਕਰਦੇ ਹੈ, ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ ਹੁੰਦਾ ਹੈ ਕਿ ਡਾਊਨ ਟ੍ਰੋਡਨ ਲੋਕਾਂ ਦੀ ਕੀ ਸਮੱਸਿਆ ਹੈਗੀ ਹੈ, ਕੀ ਉਹਨਾਂ ਦੇ ਵਾਸਤੇ ਯਤਨ ਕੀਤੇ ਜਾ ਸਕਦੇ ਆ। ਲੇਕਿਨ ਸਵਾਮੀ ਵਿਵੇਕਾਨੰਦ ਦੀ ਖੂਬਸੂਰਤੀ ਇਸ ਗੱਲ 'ਚ ਹੈ ਕਿ ਉਹਨੂੰ ਆਪ ਨੂੰ ਕੋਈ ਪ੍ਰੋਬਲਮ ਫੇਸ ਨਹੀਂ ਕਰਨੀ ਪਈ, ਲੇਕਿਨ ਲੋਕਾਂ ਦੀਆਂ ਪ੍ਰੋਬਲਮਸ ਨੂੰ ਵੇਖ ਕੇ, ਡਾਊਨ ਟ੍ਰੋਡਨ ਲੋਕਾਂ ਦੀ ਜ਼ਿੰਦਗੀ ਨੂੰ ਦੇਖ ਕੇ ਉਹਨਾਂ ਦੇ ਉਥਾਨ ਵਾਸਤੇ ਯਤਨ ਕਰਨਾ, ਇਹ ਆਪਣੇ ਆਪ ਦੇ ਵਿੱਚ ਸਵਾਮੀ ਵਿਵੇਕਾਨੰਦ ਜੀ ਦੀ ਬਹੁਤ ਵੱਡੀ ਦੇਣ ਇਸ ਸੁਸਾਇਟੀ ਨੂੰ ਰਹੀ ਹੈ। ਕੌਮੀ ਸੇਵਾ ਯੋਜਨਾ ਵੱਲੋਂ ਇਹ ਪ੍ਰੋਗਰਾਮ ਤੁਹਾਡੇ ਲਈ ਉਲੀਕਿਆ ਗਿਆ, ਜਿਹਦੇ 'ਚ ਸਾਡੇ ਜਿਹੜੇ ਲੜਕਿਆਂ ਦੇ ਪ੍ਰੋਗਰਾਮ ਆਫਿਸਰ ਨੇ ਡਾਕਟਰ ਸਮਰਾਟ ਖੰਨਾ, ਔਰ ਜਿਹੜਾ ਲੜਕੀਆਂ ਦਾ ਯੂਨਿਟ ਹੈ ਉਹਦੇ ਜਿਹੜੇ ਨੇ NSS ਆਫਿਸਰ ਨੇ ਉਹ ਨੇ ਮੈਡਮ ਰਜਨਦੀਪ ਕੌਰ। ਇਹਨਾਂ ਦੋਨਾਂ ਵੱਲੋਂ ਇਹ ਪ੍ਰੋਗਰਾਮ ਜਿਹੜਾ ਹੈ ਉਹ ਲਿਖਿਆ ਗਿਆ ਤੇ ਇਸੇ ਸਿਲਸਿਲੇ 'ਚ ਹੀ ਤੁਹਾਡੇ ਲੇਖ ਮੁਕਾਬਲੇ ਜਿਹੜੇ ਆ ਉਹ ਕਰਵਾਏ ਗਏ। ਉਹ ਲੇਖ ਕਿਸ ਤਰ੍ਹਾਂ ਦੇ ਬੱਚਿਆਂ ਨੇ ਲਿਖੇ, ਉਹ ਅਸੀਂ ਅੱਜ ਮੈਂ ਬੇਨਤੀ ਕੀਤੀ ਸੀ ਇਹਨਾਂ ਨੂੰ ਕਿ ਆਪਾਂ ਉਹ ਬੱਚਿਆਂ ਨੂੰ ਇੱਕ ਹੋਰ ਐਕਸਪੋਜ਼ਰ ਹੋਏਗਾ, ਲਿਖਣ ਦਾ ਵੱਲ ਤਾਂ ਉਹਨਾਂ ਨੂੰ ਆਉਂਦਾ ਹੀ ਆਉਂਦਾ, ਉਹ ਬੋਲਣਾ ਵੀ ਸਿੱਖਣ। ਤੁਸੀਂ ਸ਼ੁਰੂ 'ਚ ਇੱਕ ਐਕਟੀਵਿਟੀ ਦੇਖੀ ਹੋਊਗੀ ਕਿ ਜਦੋਂ ਮੈਂ ਉੱਠਿਆ, ਆਪਣੀ ਚੇਅਰ ਤੋਂ ਇੱਥੇ ਆਇਆ, ਮੈਂ ਇਸ ਡਾਇਸ ਨੂੰ ਹਿਲਾਇਆ, ਇਸ ਮਾਈਕ ਨੂੰ ਹਿਲਾਇਆ। ਉਸ ਤੋਂ ਪਹਿਲਾਂ ਕੀ ਪ੍ਰੋਬਲਮ ਆ ਰਹੀ ਸੀ ਕਿ ਥੋੜੀ ਬਹੁਤ ਜਿਹੜੀ ਹੈ ਨਾ ਨੇੜੇ ਹੋਣ ਕਰਕੇ ਇੱਕ ਹਮ ਜੀ ਆ ਰਹੀ ਸੀ, ਹੁਣ ਤਾਂ ਨਾ ਆ ਰਹੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਵਕਤਾ ਬਣਨ ਵਾਸਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨੀਆਂ ਪੈਂਦੀਆਂ। ਮਿਸਾਲ ਦੇ ਤੌਰ ਤੇ ਜੇ ਮੈਂ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ, ਜੇ ਮੇਰਾ ਮਾਈਕ ਹੀ ਚੀਕਾ ਮਾਰੀ ਗਿਆ ਤਾਂ ਮੈਥੋਂ ਗੱਲ ਜਿਹੜੀ ਆ ਹੋਣੀ ਨਹੀਂ, ਮੇਰੀ ਕੰਸਨਟ੍ਰੇਸ਼ਨ ਡਾਈਵਰਟ ਹੋਊਗੀ। ਤਾਂ ਤੁਸੀਂ ਵੀ ਜਦੋਂ ਕਿਤੇ ਬੋਲਦੇ ਹੋ ਨਾ, ਕਿਤੇ ਬੋਲਣ ਦਾ ਤੁਹਾਨੂੰ ਮੌਕਾ ਮਿਲਦਾ, ਸਭ ਤੋਂ ਪਹਿਲਾਂ ਜਾਂਦੇ ਸਾਰ ਬੋਲਣਾ ਨਾ ਸ਼ੁਰੂ ਕਰ ਦਿਆ ਕਰੋ। ਪਾਜ਼ ਲਓ ਉੱਥੇ ਖੜ ਕੇ, ਸਾਰੇ ਚਿਹਰਿਆਂ ਨੂੰ ਵਾਚੋ। ਕਈ ਕਹਿਣਗੇ ਜੀ ਸਾਡੇ ਵਿੱਚ ਕਲਾਸ ਫੈਲੋ ਬੈਠੇ ਹੁੰਦੇ, ਸਾਨੂੰ ਡਿਸਟਰਬ ਕਰਦੇ ਆ, ਲੇਕਿਨ ਤੁਸੀਂ ਉਹਨਾਂ ਦੇ ਸਿਰਾਂ ਦੇ ਉੱਤੋਂ ਦੀ ਦੇਖੋ, ਉਹਨਾਂ ਨਾਲ ਅੱਖਾਂ ਨਾ ਮਿਲਾਓ। ਲੱਗੇ ਕਿ ਤੁਸੀਂ ਉਹਨਾਂ ਨਾਲ ਅੱਖ ਮਿਲਾ ਰਹੇ ਹੋ, ਲੇਕਿਨ ਤੁਸੀਂ ਉਹਨਾਂ ਦੇ ਸਿਰਾਂ ਦੇ ਉੱਪਰ ਦੀ ਦੇਖੋ। ਕੁਛ ਮਿੰਟ ਪਾਸ ਲੈ ਕੇ ਤੁਹਾਨੂੰ ਜਿਹੜਾ ਚੇਅਰ ਤੋਂ ਲੈ ਕੇ ਇੱਥੋਂ ਤੱਕ ਤੁਸੀਂ ਆਏ ਹੋ, ਉਹ ਜਿਹੜਾ ਸਾਹ ਚੜਿਆ ਹੁੰਦਾ ਬੰਦੇ ਨੂੰ, ਦੋ ਤਰ੍ਹਾਂ ਦਾ ਸਾਹ ਚੜ੍ਹਦਾ ਹੈ। ਇੱਕ ਸਾਹ ਤਾਂ ਇਹ ਚੜ੍ਹਦਾ ਹੈ ਕਿ ਮੈਂ ਬੋਲਣਾ ਹੈ, ਇੱਕ ਸਾਹ ਇਹ ਚੜ੍ਹਦਾ ਹੈ ਕਿ ਜਦੋਂ ਬੰਦਾ ਤੁਰ ਕੇ ਆਉਂਦਾ ਉਹਨੂੰ ਥੋੜ੍ਹਾ ਜਿਹਾ ਸਾਹ ਚੜ੍ਹਦਾ ਹੈ। ਤਾਂ ਤੁਸੀਂ ਕੁਝ ਸੈਕਿੰਡ ਦੇ ਵਿੱਚ ਬੈਲੈਂਸ ਹੋ ਜਾਓਗੇ। ਤੁਸੀਂ ਇਹ ਸਮਝੋ ਕਿ ਮੈਂ ਆਪਣੇ ਆਪ ਨੂੰ ਬੈਲੈਂਸ ਕੀਤਾ ਹੈ, ਆ ਮਾਈਕ ਸੈੱਟ ਕਰਕੇ, ਸਾਰਾ ਕੁਝ ਸੈੱਟ ਕਰਕੇ, ਜਦੋਂ ਮੇਰੀ ਤਸੱਲੀ ਹੋ ਗਈ ਵੀ ਇੱਥੇ ਖੜ੍ਹ ਕੇ ਮੈਂ ਵਧੀਆ ਬੋਲ ਸਕਦਾ, ਠੀਕ ਹੈ, ਉਦੋਂ ਤੁਸੀਂ ਬੋਲਣਾ ਸ਼ੁਰੂ ਕਰੋ। ਤਾਂ ਉਹ ਅਸੀਂ ਚਾਹੁੰਦੇ ਸੀ ਕਿ ਜਿਹੜੇ
ਬੱਚਿਆਂ ਨੇ ਲੇਖ ਲਿਖੇ ਨੇ ਉਹ ਉਹਨਾਂ ਦੀ ਪੇਪਰ ਰੀਡਿੰਗ ਵੀ ਇੱਥੇ ਹੋ ਜੇ, ਮਾਈਕ ਤੇ ਵੀ ਉਹ ਬੋਲਣ ਤਾਂ ਕਿ ਤੁਸੀਂ ਉਹਨਾਂ ਦੇ ਵਿਚਾਰ ਸੁਣ ਸਕੋ। ਕੌਮੀ ਸੇਵਾ ਯੋਜਨਾ ਦੇ ਬਾਰੇ ਤੁਸੀਂ ਸਕੂਲ ਲੈਵਲ ਤੇ ਵੀ ਜ਼ਰੂਰ ਸੁਣਿਆ ਹੋਊਗਾ ਕਿ ਇਹ ਭਾਰਤ ਸਰਕਾਰ ਦੀ ਇੱਕ ਸਕੀਮ ਹੈ ਜਿਸ ਦੇ ਤਹਿਤ ਬਹੁਤ ਸਾਰੀਆਂ ਐਕਟੀਵਿਟੀਜ਼ ਹੈਗੀਆਂ। ਕੌਮੀ ਸੇਵਾ ਯੋਜਨਾ ਦਾ ਮਤਲਬ ਹੀ ਇਹ ਹੈ ਕਿ ਨਾਟ ਮੀ ਬਟ ਯੂ, ਅਸੀਂ ਦੂਜਿਆਂ ਵਾਸਤੇ ਕੰਮ ਕਰਨਾ, ਆਪਣੇ ਲਈ ਕੰਮ ਨਹੀਂ ਕਰਨਾ। ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਅਸੀਂ ਦੂਜਿਆਂ ਵਾਸਤੇ ਵੀ ਕੰਮ ਕਰਨਾ, ਅਸੀਂ ਆਪਣੇ ਵਾਸਤੇ ਵੀ ਕੰਮ ਕਰਨਾ। NSS ਤੁਹਾਨੂੰ ਬਹੁਤ ਕੁਝ ਦਿੰਦੀ ਹੈ। ਜਿਸ ਵਿਦਿਆਰਥੀ ਨੂੰ ਵਲੰਟੀਅਰ ਬਣਨ ਦਾ ਮੌਕਾ ਮਿਲ ਜਾਂਦਾ ਹੈ ਉਹ ਲੱਕੀ ਹੈ, ਕਿਉਂਕਿ 100 ਲੜਕੇ ਤੇ 100 ਲੜਕੀਆਂ 1500 ਵਿਦਿਆਰਥੀਆਂ ਦੇ ਵਿੱਚੋਂ ਇਹੀ ਲਏ ਜਾ ਸਕਦੇ, ਇਸ ਤੋਂ ਜ਼ਿਆਦਾ ਨਹੀਂ ਲਏ ਜਾ ਸਕਦੇ। ਫਿਰ ਜਦੋਂ ਕੈਂਪ ਲੱਗਣਾ ਹੈ ਤਾਂ 50-50 ਦਾ ਹੀ ਲੱਗਣਾ ਹੈ। ਜਿਹੜਾ 7 ਰੋਜ਼ਾ ਕੈਂਪ ਲੱਗਦਾ ਨਾ ਉਹ 50-50 ਦਾ ਹੀ ਲੱਗਣਾ। ਹੁਣ ਦੇ ਹਾਲਾਤ ਕੁਝ ਹੋਰ ਕਿਸਮ ਦੇ ਆ ਕਿ ਡੇਟ ਟਾਈਮ ਕੈਂਪ ਲੱਗਦੇ ਆ। ਜਿਸ ਟਾਈਮ ਅਸੀਂ ਪੜ੍ਹਿਆ ਕਰਦੇ ਸੀ, ਮੈਂ ਤੁਹਾਨੂੰ ਦੱਸ ਦਿਆਂ ਕਿ 5 ਕੈਂਪ 10 ਡੇ 10 ਰੋਜ਼ਾ ਕੈਂਪ NSS ਦੇ ਮੈਂ ਲਾਏ ਹੋਏ ਆ ਖੁਦ। 3 ਕੈਂਪ ਮੈਂ ਆਰਗੇਨਾਈਜ਼ ਕੀਤੇ ਹੋਏ ਆ ਬੀਇੰਗ ਏ ਪ੍ਰੋਗਰਾਮ ਆਫਿਸਰ, ਜਿਵੇਂ ਸਰ ਔਰ ਮੈਡਮ ਪ੍ਰੋਗਰਾਮ ਆਫਿਸਰ ਹੈ, ਇਸ ਤਰ੍ਹਾਂ ਮੈਂ ਕੈਂਪ ਆਰਗੇਨਾਈਜ਼ ਕੀਤੇ ਹੋਏ ਆ, ਕਾਫੀ ਵੱਡੇ ਕੈਂਪ ਆਰਗੇਨਾਈਜ਼ ਕੀਤੇ ਹੋਏ ਆ। ਤੇ ਜਿਹੜਾ ਮੈਂ ਕਨਫੀਡੈਂਸ ਨਾਲ ਤੁਹਾਡੇ ਸਾਹਮਣੇ ਬੋਲ ਰਿਹਾ ਜਾਂ ਕਨਫੀਡੈਂਸ ਨਾਲ ਤੁਹਾਡੀ ਕਲਾਸ ਵਿਚਰਦਾ ਜਾਂ ਕਨਫੀਡੈਂਸ ਨਾਲ ਕਾਲਜ ਦੇ ਵਿੱਚ ਵਿਚਰਦਾ, ਇਹ ਸਾਰੀਆਂ ਚੀਜ਼ਾਂ ਮੈਨੂੰ ਕੌਮੀ ਸੇਵਾ ਯੋਜਨਾ ਨੇ ਦਿੱਤੀਆਂ। ਜੇ ਮੈਂ ਇਹ ਸੋਚਦਾ ਕਿ ਮੈਂ ਪ੍ਰਿੰਸੀਪਲ ਆ, ਮੈਂ ਇਹ ਮਾਈਕ ਨੂੰ ਹੱਥ ਖਿਲਾਵਾਂ, ਮੈਂ ਕਿਸੇ ਨੂੰ ਕਹਾਂ ਆ ਕਰੀ ਵੀ ਇੱਧਰ ਨੂੰ ਕਰੀ, ਆ ਇੱਧਰ ਨੂੰ ਕਰੀ, ਇੱਧਰ ਨੂੰ ਕਰੀ, ਮੈਂ ਇਹਨੂੰ ਪਹਿਲਾਂ ਆਪ ਹੱਥ ਲਾਉਣਾ ਉਚਿਤ ਸਮਝਿਆ। ਕੌਮੀ ਸੇਵਾ ਯੋਜਨਾ ਸਾਨੂੰ ਸਿਖਾਉਂਦੀ ਇਹ ਹੈ। ਬੇਟੇ ਜਿਸ ਦਿਨ ਇਹ ਕਾਲਜ ਖੁੱਲ੍ਹਿਆ ਸੀ, ਐਸੇ ਹਾਲ ਦੇ ਵਿੱਚ ਦਰੀਆਂ ਪ੍ਰੋਫੈਸਰਸ ਨੇ ਵਿਛਾਈਆਂ ਸੀ, ਚਾਦਰਾਂ ਉੱਪਰ ਪ੍ਰੋਫੈਸਰ ਨੇ ਵਿਛਾਈਆਂ ਸੀ, ਕਿਉਂਕਿ ਫਰਨੀਚਰ ਹੈ ਹੀ ਨਹੀਂ ਸੀ। ਅਸੀਂ ਵਿਦਿਆਰਥੀਆਂ ਨਾਲ ਇੰਟਰੈਕਟ ਕਰਨਾ ਸੀ ਤੇ ਬੜੇ ਹੈਰਾਨ ਹੋਏ ਵਿਦਿਆਰਥੀ ਜਦੋਂ ਅਸੀਂ ਇੰਟਰੋਡਕਸ਼ਨ ਦੇਣ ਲੱਗੇ ਆਪਣੇ ਬੱਚਿਆਂ ਨੂੰ ਬਿਠਾ ਕੇ, ਇਹ ਤਾਂ ਉਹੀ ਬੰਦੇ ਆ ਜਿਹੜੇ ਦਰੀਆਂ ਵਿਛਾਈ ਜਾਂਦੇ ਸੀ, ਜਿਹੜੇ ਚਾਦਰਾਂ ਵਿਛਾਈ ਜਾਂਦੇ ਸੀ। ਸਾਡੇ ਚੋਂ ਇੱਕ ਮੈਂਬਰ ਡਾਕਟਰ ਸੁਭਾਸ਼ ਕੁਮਾਰ, ਅੱਜ ਕੱਲ੍ਹ ਉਹ ਟ੍ਰਾਂਸਫਰ ਹੋ ਕੇ ਜਾ ਚੁੱਕੇ ਆ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਫੋਟੋਗ੍ਰਾਫੀ ਦਾ ਸ਼ੌਕ ਸੀ। ਅਸੀਂ ਆਪਣਾ ਇੱਕ ਕੈਮਰਾ ਲਿਆਂਦਾ ਇੱਕ ਲੀਗ ਦਾ ਤੇ ਉਹਦੇ ਨਾਲ ਫੋਟੋਆਂ ਖਿੱਚ ਰਹੇ ਸੀ। ਤੇ ਬੱਚੇ ਜਿਵੇਂ ਸਕੂਲਾਂ 'ਚੋਂ ਨਵੇਂ ਆਏ ਸੀਗੇ ਫਸਟ ਈਅਰ ਦੇ ਵਿੱਚ, ਤੇ ਉਹ ਕਹਿ ਰਹੇ ਸੀ ਭਾਈ ਸਾਡੀ ਫੋਟੋ ਖਿੱਚ ਦੇ, ਭਾਈ ਸਾਡੀ ਫੋਟੋ ਖਿੱਚ ਦੇ। ਤੇ ਜਦੋਂ ਉਹਨਾਂ ਨੂੰ ਇੰਟਰੋਡਿਊਸ ਕਰਾਇਆ ਕਿ ਤੁਹਾਡੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਹੈ, ਬੱਚੇ ਨੀਵੇਂ ਪਾ ਕੇ ਬੈਠ ਗਏ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੌਮੀ ਸੇਵਾ ਯੋਜਨਾ ਇੱਕ ਸ਼ਖਸੀਅਤ ਦੀ ਐਸੀ ਉਸਾਰੀ ਕਰਦੀ ਹੈ ਕਿ ਤੁਹਾਨੂੰ ਲੱਗਦਾ ਹੀ ਨਹੀਂ, ਜੇ ਤੁਹਾਡੇ ਗੁਆਂਢ ਦੇ ਵਿੱਚ ਕੋਈ ਪ੍ਰੋਬਲਮ ਹੈ ਨਾ ਤਾਂ ਤੁਸੀਂ ਟਿਕ ਕੇ ਨਹੀਂ ਬੈਠੋਗੇ, ਤੁਹਾਡਾ ਬਦੋ-ਬਦੀ ਉਹਨਾਂ ਦੀ ਮਦਦ ਕਰਨ ਨੂੰ ਦਿਲ ਕਰੂਗਾ। ਤੁਹਾਡਾ ਨਾਲ ਦਾ ਕੋਈ ਮੁਸੀਬਤ ਦੇ ਵਿੱਚ ਹੈ, ਤੁਸੀਂ ਬਦੋ-ਬਦੀ ਚਾਹੋਗੇ ਕਿ ਅਸੀਂ ਇਹ ਕੰਮ ਕਰਨਾ। ਤਾਂ ਅਸੀਂ ਕੈਂਪਾਂ ਦੌਰਾਨ ਬਹੁਤ ਸਾਰੇ ਪ੍ਰੋਜੈਕਟ ਵਰਕ, ਅੱਜ ਕੱਲ੍ਹ ਤਾਂ ਅਸੀਂ ਉਹਨੇ ਨਹੀਂ ਕਰਵਾਉਂਦੇ ਬੱਚਿਆਂ ਤੋਂ, ਅਸੀਂ ਅਰਥ ਵਰਕ ਦਾ ਵੱਡਾ ਪ੍ਰੋਜੈਕਟ ਵਰਕ ਲੈਂਦੇ ਸੀ, ਪਿੰਡਾਂ ਦੇ ਵਿੱਚ ਕੈਂਪ ਲੱਗਦੇ ਸੀ ਔਰ ਪਿੰਡ ਦੇ ਵਿੱਚੋਂ ਮੋਟੀਵੇਟ ਕਰਕੇ ਟਰੈਕਟਰ ਟਰਾਲੀਆਂ ਅਸੀਂ ਲੈਂਦੇ ਤੇ ਜਿੱਥੇ ਕੋਈ ਭਰਤ ਪਾਉਣ ਦਾ ਕੰਮ ਹੁੰਦਾ ਸਕੂਲ 'ਚ ਜਾਂ ਕਿਸੇ ਸਾਂਝੀ ਥਾਂ ਦੇ ਉੱਤੇ, ਕਿਸੇ ਛੱਪੜ ਭਰਨ ਦੇ ਵਿੱਚ ਜਾਂ ਕਿਤੇ ਹੋਰ, ਉੱਥੇ ਫਿਰ ਅਸੀਂ ਇਹ ਸਾਰਾ ਕੰਮ ਕਰਦੇ। ਅੱਜ ਕੱਲ੍ਹ ਅਸੀਂ ਕਿਉਂਕਿ ਇੱਕ ਤਾਂ ਡਿਊਰੇਸ਼ਨ ਘਟ ਗਈ ਕੈਂਪਾਂ ਦੀ, 7 ਡੇ ਕੈਂਪ ਹੈ, ਇੱਕ ਵੈਸੇ ਹਾਲਾਤ ਇਹੋ ਜਿਹੇ ਹੋ ਗਏ ਕਿ ਲੋਕ ਉਸ ਹਿਸਾਬ ਦਾ ਕੋਆਪਰੇਟ ਨਹੀਂ ਕਰਦੇ। ਇੱਕ ਗੱਲ ਤੁਸੀਂ ਸਮਝਿਓ ਕਿ ਇਹ ਜਿਹੜਾ ਆਪਣਾ NSS ਦਾ ਮੋਟਿਵ ਹੁੰਦਾ ਨਾ, ਆਪਾਂ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਨੀ ਹੁੰਦੀ ਹੈ। ਇਹ ਨਹੀਂ ਹੈ ਕਿ ਸਾਰਾ ਕੰਮ ਆਪਾਂ ਆਪ ਹੀ ਕਰਨਾ ਹੁੰਦਾ, ਅਸੀਂ ਮੋਟੀਵੇਟ ਕਰਨਾ ਹੁੰਦਾ ਲੋਕਾਂ ਨੂੰ ਵੀ ਜੇ ਅਸੀਂ ਪੜ੍ਹੇ ਲਿਖੇ ਬੱਚੇ ਕਰ ਸਕਦੇ ਹਾਂ, ਪੜ੍ਹੇ ਲਿਖੇ ਵਿਦਿਆਰਥੀ ਕਰ ਸਕਦੇ ਹਾਂ, ਕਾਲਜ ਦੇ ਵਿਦਿਆਰਥੀ ਕਰ ਸਕਦੇ ਹਾਂ, ਤੁਸੀਂ ਕਿਉਂ ਨਹੀਂ ਕਰ ਸਕਦੇ? ਇਹ ਤਾਂ ਤੁਹਾਡਾ ਆਪ ਦਾ ਕੰਮ ਹੈ। ਜੇ ਅਸੀਂ ਦੂਜੇ ਥਾਵਾਂ ਤੋਂ ਆ ਕੇ ਤੁਹਾਡਾ ਕੁਝ ਸਵਾਲ ਸਕਦੇ ਹਾਂ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ? ਸੋ NSS ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। NSS ਦੇ ਕੈਂਪ ਦੌਰਾਨ ਅਸੀਂ ਜਿਹੜਾ ਸਾਡਾ ਹੁੰਦਾ ਸੀ ਡੇ ਨਾਈਟ ਦਾ ਕੈਂਪ ਫਾਇਰ ਹੋਇਆ ਕਰਦੀ ਸੀ, ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਲਚਰ ਪ੍ਰੋਗਰਾਮ ਇੱਕ ਹੋਇਆ ਕਰਦਾ ਸੀ। ਉਸ ਕਲਚਰ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਕਰਦੇ ਸੀ ਕਿ ਵਿਦਿਆਰਥੀਆਂ ਨੂੰ ਹੀ
ਪ੍ਰਧਾਨਗੀ ਕਰਨ ਦਾ ਮੌਕਾ ਦੇ, ਜਿਵੇਂ ਆ ਪ੍ਰਧਾਨਗੀ ਮੰਡਲ ਬੈਠਾ ਹੋਇਆ, ਵਿਦਿਆਰਥੀਆਂ ਨੂੰ ਅਸੀਂ ਪ੍ਰਧਾਨਗੀ ਕਰਨ ਵਾਸਤੇ ਕਹਿ ਦਿੰਦੇ ਸੀ, ਵਿਦਿਆਰਥੀ ਸਟੇਜ ਕੰਡਕਟ ਕਰਦਾ ਸੀ, ਵਿਦਿਆਰਥੀ ਪੇਸ਼ਕਾਰੀਆਂ ਲਿਆਉਂਦਾ ਸੀ, ਅਸੀਂ ਬੈਠ ਕੇ ਵਿੱਚ ਦੇਖਦੇ ਸੀ। ਜਦੋਂ ਅਸੀਂ ਵਿਦਿਆਰਥੀ ਸੀ ਸਾਡੇ ਪ੍ਰੋਫੈਸਰ ਸਾਹਿਬਾਨ ਨੇ ਸਾਡੇ ਤੋਂ ਇਸ ਤਰ੍ਹਾਂ ਕਰਾਇਆ। ਜਦੋਂ ਅਸੀਂ ਆਪ ਪ੍ਰੋਫੈਸਰ ਬਣ ਗਏ, ਅਸੀਂ ਆਪ ਪ੍ਰੋਗਰਾਮ ਆਫਿਸਰ ਬਣ ਗਏ, ਅਸੀਂ ਫਿਰ ਉਹ ਰੀਤ ਜਿਹੜੀ ਅੱਗੇ ਚਲਾਈ। ਤਾਂ ਹੁਣ ਜਿਹੜੇ ਕੈਂਪ ਲੱਗਣਗੇ ਉਹਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਇਹਦੇ 'ਚ 1 ਡੇ ਕੈਂਪ ਵੀ ਹੁੰਦੇ ਆ ਔਰ ਇਸ ਤੋਂ ਇਲਾਵਾ 7 ਡੇ ਕੈਂਪ ਵੀ ਹੁੰਦਾ। ਤਾਂ ਉਹ ਸਾਰੀਆਂ ਐਕਟੀਵਿਟੀਜ਼ ਨੂੰ ਮਿਲਾ ਕੇ ਜਿਹੜਾ ਸਰਟੀਫਿਕੇਟ ਤਿਆਰ ਹੁੰਦਾ ਹੈ। ਸੀ ਸਰਟੀਫਿਕੇਟ ਤੱਕ ਲਿਆ ਜਾ ਸਕਦਾ ਐਨਐਸਐਸ ਦੇ ਵਿੱਚ, ABC, ਸੀ ਸਭ ਤੋਂ ਵੱਡਾ ਹੁੰਦਾ ਹੈ, ਜਿਹਦੇ ਵਿੱਚ 3 ਕੈਂਪ ਲੱਗੇ ਹੋਣੇ ਜ਼ਰੂਰੀ ਹੈ। ਬਾਕੀ ਦੀਆਂ ਜਿਹੜੀਆਂ ਐਨਐਸਐਸ ਦੀਆਂ ਐਕਟੀਵਿਟੀਜ਼ ਆ ਉਹਦੇ ਵਿੱਚ ਪਾਰਟਿਸਿਪੇਸ਼ਨ ਤੁਹਾਡੀ ਜ਼ਰੂਰੀ ਹੈ। ਆਹ ਵੀ ਜਿਹੜਾ ਹੁਣ ਤੁਸੀਂ ਇੱਕ ਲਾ ਰਹੇ ਹੋ ਪ੍ਰੋਗਰਾਮ, ਇਹ ਵੀ ਇੱਕ ਤੁਹਾਡੀ ਪਾਰਟਿਸਿਪੇਸ਼ਨ ਹੈ ਐਨਐਸਐਸ ਦੇ ਵਿੱਚ, ਜਿਹੜੇ ਐਨਐਸਐਸ ਦੇ ਵਲੰਟੀਅਰ ਹੈ। ਸੋ ਮੇਰੇ ਕਹਿਣ ਤੋਂ ਭਾਵ ਕਿ ਇੱਕ ਕੰਪਲੀਟ ਪੈਕੇਜ ਹੈ ਕੌਮੀ ਸੇਵਾ ਯੋਜਨਾ। ਇਹਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਵੀ ਕੋਈ ਨਹੀਂ ਕੈਂਪ ਲੱਗੂਗਾ, 2-4 ਆਪਾਂ ਦਰੰਗੇ ਇੱਧਰ ਨੂੰ ਮਾਰਾਂਗੇ, 2-4 ਉੱਧਰ ਨੂੰ ਮਾਰਾਂਗੇ। ਨਹੀਂ, ਤੁਸੀਂ ਇਹਦੇ 'ਚ ਪ੍ਰੋਜੈਕਟ ਵਰਕ ਵੀ ਲੈਣੇ ਆ। ਇਹਦੇ ਵਿੱਚ ਆਪਾਂ ਕੁਝ ਅਕੈਡਮਿਕ ਸੈਸ਼ਨ ਵੀ ਰੱਖਾਂਗੇ, ਜਿਹਦੇ 'ਚ ਕਿਸੇ ਬੰਦੇ ਨੂੰ ਬਾਹਰੋਂ ਬੁਲਾ ਕੇ ਤੁਹਾਡੇ ਨਾਲ ਇੰਟਰੈਕਟ ਕਰਾਵਾਂਗੇ, ਉਹਨਾਂ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੋਗੇ। ਜਦੋਂ ਤੁਸੀਂ ਬਾਹਰਲੇ ਲੋਕਾਂ ਨੂੰ ਸੁਣਦੇ ਆ, ਕਿਸੇ ਕਾਮਯਾਬ ਇਨਸਾਨ ਨੂੰ ਸੁਣਦੇ ਆ, ਤਾਂ ਸਾਡੇ ਮਨ ਦੇ ਵਿੱਚ ਇੱਕ ਪ੍ਰੇਰਣਾ ਪੈਦਾ ਹੁੰਦੀ ਹੈ ਕਿ ਅਸੀਂ ਵੀ ਇਹੋ ਜਿਹੇ ਬਣੀਏ। ਜੇ ਸਵਾਮੀ ਵਿਵੇਕਾਨੰਦ ਐਡੇ ਪੌਸ਼ ਪਰਿਵਾਰ 'ਚ ਉੱਠ ਕੇ ਗਰੀਬ ਲੋਕਾਂ ਦੀ ਗੱਲ ਕਰਦਾ ਹੈ ਜਾਂ ਉਹਨਾਂ ਬਾਰੇ ਸੋਚਦਾ ਹੈ, ਠੀਕ ਹੈ, ਤਾਂ ਇਸੇ ਕਰਕੇ ਹੀ ਕੌਮੀ ਸੇਵਾ ਯੋਜਨਾ ਨਾਲ ਇਸ ਯੂਥ ਵੀਕ ਨੂੰ ਜੁੜਿਆ ਹੋਇਆ। ਸੋ ਮੇਰਾ ਖਿਆਲ ਹੈ ਮੈਂ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ। ਜਿਹੜੇ ਤੁਹਾਡੇ ਐਸੇ ਤੁਸੀਂ ਲਿਖੇ ਨੇ ਉਹ ਬੱਚੇ ਪੇਸ਼ ਕਰਨਗੇ, ਜਾਂ ਅਗਲਾ ਜੋ ਪ੍ਰੋਗਰਾਮ ਮੈਡਮ ਹੋਰਾਂ ਨੇ ਬਣਾਇਆ ਹੋਇਆ। ਮੇਰੀ ਇੱਛਾ ਸੀ ਵੈਸੇ ਮੈਂ ਬਾਅਦ 'ਚ ਬੋਲਦਾ, ਪਰ ਇਹਨਾਂ ਨੇ ਮੈਨੂੰ ਪਹਿਲਾਂ ਕਹਿ ਤਾ ਤਾਂ ਮੈਂ ਪਹਿਲਾਂ ਤੁਹਾਡੇ ਨਾਲ ਆਪਣੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰ ਲਈਆਂ। ਬੋਲਣ ਦਾ ਸ਼ੌਕ ਮੈਨੂੰ ਬਹੁਤ ਹੈ, ਕਲਾਸ ਦੇ ਵਿੱਚ ਵੀ ਮੈਨੂੰ ਬੋਲਣ ਦਾ ਬਹੁਤ ਸ਼ੌਕ ਹੈ, ਲੇਕਿਨ ਫਿਰ ਵੀ ਸਮੇਂ ਦੀ ਜਿਹੜੀ ਹੈ ਉਹ ਪਾਬੰਦੀ ਜਿਹੜੀ ਆ ਜ਼ਰੂਰੀ ਹੁੰਦੀ ਹੈ। ਦੂਜਿਆਂ ਨੂੰ ਵੀ ਬੋਲਣਾ ਹੁੰਦਾ। ਬਾਕੀ ਗੱਲਾਂ ਕਦੇ ਫੇਰ ਸਹੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਯੂਥ ਵੀਕ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸਰ ਜਦੋਂ ਵੀ ਆ ਕੇ ਇੱਥੇ ਡਾਈਸ ਤੇ ਬੋਲਦੇ ਆ, ਮੈਂ ਤਾਂ ਹਰ ਵਾਰ ਇੱਕ ਨਵੀਂ ਚੀਜ਼ ਸਿੱਖ ਲੈਂਦੀ ਹੁੰਦੀ ਹੈ, ਕੋਈ ਨਾ ਕੋਈ। ਹੁਣ ਜਿਵੇਂ ਇਹਨਾਂ ਨੇ ਆ ਚੀਜ਼ ਕਹੀ ਕਿ ਇੱਕ ਅੱਛੇ ਵਕਤਾ ਦੀ ਕੀ ਪਹਿਚਾਣ ਹੁੰਦੀ ਹੈ, ਲਿਟਰਲੀ ਮੈਨੂੰ ਇਹ ਲੱਗਿਆ ਕਿ ਇਹ ਮੈਨੂੰ ਸਭ ਤੋਂ ਪਹਿਲੇ ਆਪਦੇ ਉੱਪਰ ਇੰਪਲੀਮੈਂਟ ਕਰ ਲੈਣੀ ਚਾਹੀਦੀ ਹੈ, ਉਸ ਤੋਂ ਬਾਅਦ ਕਿਸੇ ਹੋਰ ਨਾਲ ਗੱਲ ਕਰਨੀ ਚਾਹੀਦੀ ਹੈ। ਤੇ ਐਵਰੀ ਟਾਈਮ ਜਦੋਂ ਵੀ ਇੱਥੇ ਆ ਕੇ ਬੋਲਦੇ, ਮੈਂ ਹਰ ਰੋਜ਼ ਹਰ ਇੱਕ ਲਾਈਨ ਇੰਨੇ ਧਿਆਨ ਨਾਲ ਸੁਣਦੀ ਹਾਂ, ਮੈਨੂੰ ਐਂ ਲੱਗਦਾ ਕਿ ਇਹਦੇ ਵਿੱਚੋਂ ਵੀ ਜ਼ਰੂਰ ਕੁਝ ਨਵਾਂ ਮਿਲ ਜਾਣਾ ਹੈ, ਇਹਦੇ ਵਿੱਚੋਂ ਵੀ ਜ਼ਰੂਰ ਕੁਝ ਨਵਾਂ ਮਿਲ ਜਾਣਾ ਹੈ। ਸੋ ਮਤਲਬ ਆਪਾਂ ਸਾਰੇ ਹੀ ਕਿਤੇ ਨਾ ਕਿਤੇ ਹਰ ਸਟੇਜ 'ਤੇ ਲਰਨਰ ਹੁੰਦੇ ਹਾਂ, ਅਤੇ ਜਿੱਥੋਂ ਜੋ ਮਿਲਦਾ ਉਹ ਲੈ ਲੈਣਾ ਚਾਹੀਦਾ ਹੈ। ਅਤੇ ਜੋ ਸਰ ਨੇ ਕਿਹਾ ਕਿ ਜਿਵੇਂ ਕੌਮੀ ਸੇਵਾ ਯੋਜਨਾ ਹੈ, ਆਪਣੇ ਸਾਰਿਆਂ ਦੇ ਅੰਦਰ ਅਲੱਗ-ਅਲੱਗ ਤਰੀਕੇ ਦੀਆਂ ਕੁਆਲਿਟੀਜ਼ ਇਨਕਲਕੇਟ ਕਰਦੀ ਹੈ। ਜਿਵੇਂ ਹੀ ਇੱਥੇ ਆ ਕੇ ਅਸੀਂ ਇਹ ਸੈਟਿੰਗਸ ਕਰਵਾ ਰਹੇ ਸੀ, ਅਤੇ ਇਹ ਸਟੂਡੈਂਟ ਬੈਠਾ ਹੋਇਆ, ਮੈਨੂੰ ਨੇਮ ਨਹੀਂ ਪਤਾ ਇਸਦਾ, ਇਹਨੇ ਮੈਨੂੰ 4 ਵਾਰ ਇੱਕ ਗੱਲ ਕਹੀ ਕਿ ਮੈਡਮ ਕੜਾਹੀਆਂ ਦਾ ਅਰੇਂਜਮੈਂਟ ਮੈਂ ਕਰੂੰਗਾ। ਅਤੇ ਮਤਲਬ ਜਿਹੜੇ ਇੱਥੇ ਸਟੂਡੈਂਟਸ ਹੈ ਉਹਨਾਂ ਦੇ ਅੰਦਰ ਪਹਿਲੇ ਤੋਂ ਹੀ ਇਹ ਚੀਜ਼ ਹੈਗੀ ਹੈ ਵੀ ਅਸੀਂ ਇਸ ਚੀਜ਼ ਦਾ ਅਰੇਂਜਮੈਂਟ ਕਰਨਾ, ਅਸੀਂ ਇਸ ਚੀਜ਼ ਦਾ ਅਰੇਂਜਮੈਂਟ ਕਰਨਾ। ਮੈਨੂੰ ਬੜਾ ਅੱਛਾ ਲੱਗਿਆ। ਮੈਂ ਕਿਹਾ ਕੈਂਪ ਨਹੀਂ ਹਜੇ ਸ਼ੁਰੂ ਹੋਣ ਲੱਗਿਆ, ਜਦੋਂ ਹੋਊਗਾ ਤੁਹਾਡੇ ਤੋਂ ਇਹ ਸੇਵਾਵਾਂ ਜ਼ਰੂਰ ਲਈਆਂ ਜਾਣਗੀਆਂ। तो समर में घाव खाता है उसी का मान होता है, समर में घाव खाता है उसी का मान होता है, छिपा उस वेदना में अमर बलिदान होता है। सृजन में चोट खाता है छैनी और हथौड़े की, सृजन में चोट खाता है छैनी और हथौड़े की, वही पाषाण मंदिर में भगवान होता है, वही पाषाण मंदिर में भगवान होता है। मैं रिक्वेस्ट करूँगी ਹੁਣ NSS ਕੋਆਰਡੀਨੇਟਰ ਡਾਕਟਰ ਸਮਰਾਟ ਖੰਨਾ ਨੂੰ ਕਿ ਉਹ ਇੱਥੇ ਮੰਚ ਤੇ ਆ ਕੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਸਤਿਕਾਰਯੋਗ ਪ੍ਰਿੰਸੀਪਲ ਸਾਹਿਬ, ਪਿਆਰੇ ਕੁਲੀਗਸ ਤੇ ਬਹੁਤ ਹੀ ਪਿਆਰੇ ਬੱਚੋ, ਬੇਟਾ ਨੈਸ਼ਨਲ ਯੂਥ ਵੀਕ ਦੇ ਕੰਟੈਕਸਟ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਕਰਾਂਗਾ, ਬਹੁਤੀਆਂ ਨਹੀਂ, ਕਿਉਂਕਿ ਆਪਾਂ ਐਸੇ ਵੀ ਪੜ੍ਹਾਉਂਦੇ ਹਾਂ ਬੱਚਿਆਂ ਤੋਂ, ਨਹੀਂ ਤਾਂ ਪ੍ਰੋਗਰਾਮ ਬਹੁਤ ਲੰਬਾ ਚੱਲੇਗਾ। ਬੇਟੇ ਮੈਂ ਕਲਾਸਰੂਮ 'ਚ ਜਿਹੋ ਜਿਹੀ ਗੱਲ ਕਰਦਾ ਹਾਂ ਉਹਦੀ ਹੀ ਇੱਕ ਐਕਸਟੈਂਸਿਵ ਫਾਰਮ ਤੁਹਾਡੇ ਨਾਲ ਡਿਸਕਸ ਕਰਾਂਗਾ। ਜੇ ਮੈਂ ਵਿਵੇਕਾਨੰਦ, ਸਵਾਮੀ ਵਿਵੇਕਾਨੰਦ ਦੇ ਕੁਝ ਕੋਟ ਤੁਹਾਡੇ ਨਾਲ ਡਿਸਕਸ ਕਰਾਂ ਤੇ ਉਹਦਾ ਰੈਲੇਵੈਂਸ
ਉਹਨੂੰ ਢੁਕਵਾਂ ਬਣਾਈਏ, ਆਪਣੀ ਜ਼ਿੰਦਗੀ 'ਚ ਕੁਝ ਗੱਲਾਂ ਆਪਾਂ ਸਾਂਝੀਆਂ ਕਰਦੇ ਹਾਂ। ਪਹਿਲਾ ਕੋਟ ਹੈ ਜੋ ਕਿ ਉਹ ਸਾਡੇ ਰੋਜ਼ਮर्रा ਦੀ ਜ਼ਿੰਦਗੀ 'ਚ ਅਸੀਂ ਜੋ ਪਾਠ ਪੂਜਾ ਕਰਦੇ ਹਾਂ ਉਹਦੇ ਨਾਲ ਜੋੜ ਕੇ ਉਹ ਗੱਲ ਕਹਿੰਦੇ ਆ। ਪਹਿਲੇ ਅੰਗਰੇਜ਼ੀ 'ਚ ਬੋਲਾਂਗਾ, ਫਿਰ ਉਹਨੂੰ ਅਨੁਵਾਦ ਕਰਾਂਗਾ, ਸਮਝਾਵਾਂਗਾ। By being pleasant and smiling always, it takes you nearer to God, nearer than any place. यानी कि हमेशा ही खुश रहो, हंसते रहो, हमेशा ही सुखी राम रहो, दुखी राम ना बनो। जिंदगी च बहुत जरूरी है कि तुसी खुशनुमा एक पर्सनैलिटी हो, तुहाडा चेहरा देख के हमेशा दूसरे बंदे नूं भी खुशी महसूस होए, बट इन्ना भी नहीं हसना कि ये लोग कहन कि शुदाई है, कमला है। हर चीज़ का एक बैलेंस लाइफ विच जरूरी है। जिहड़ी दूसरी गल वो कहते हैं, डोंट बी इम्पेशेंट ओ सीकर, द प्रोग्रेस इज ऑलवेज स्लो, हाउएवर लिबरली यू मे वाटर द ट्री, इट नीड्स टाइम टू स्प्राउट एंड ग्रो। यानी कि जो बंदा मेहनत करता है, मुशक्कत करता है, उन्होंने इस गल नूं ध्यान च रखना चाहिए कि रातों रात तरक्की नहीं होंदी, ओवरनाइट नहीं होंदी। ਤੁਸੀਂ ਸੋਚੋ ਕਿ ਵੀ ਮੈਂ ਰਾਤ 10 ਚੈਪਟਰ ਪੜ੍ਹ ਲਏ ਤੇ ਸਵੇਰੇ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹੀ ਬਣ ਜਾਊਂਗਾ, ਇਸ ਤਰ੍ਹਾਂ ਦਾ ਕੋਈ ਜਾਦੂ ਮੰਤਰ ਨਹੀਂ ਹੈ। ਹਰ ਚੀਜ਼ ਦਾ ਇੱਕ ਸਮਾਂ ਹੈ, ਸਟੈਪ ਬਾਈ ਸਟੈਪ ਤੁਸੀਂ ਕਿਸੇ ਚੀਜ਼ ਨੂੰ ਅਚੀਵ ਕਰਦੇ ਹੋ। ਸੋ ਡੋਂਟ ਬੀ ਇੰਪੇਸ਼ੈਂਟ, ਯਾਨੀ ਕਿ ਬੇਸਬਰੇ ਨਾ ਹੋ। ਉਹ ਸੀਕਰ ਯਾਨੀ ਕਿ ਕੰਮ ਕਰਨ ਵਾਲੇ, ਮਿਹਨਤ ਕਰਨ ਵਾਲੇ ਇੱਕ ਵਿਦਿਆਰਥੀ ਨੂੰ ਕਿਹਾ ਗਿਆ ਹੈ। ਦ ਪ੍ਰੋਗਰੈਸ ਇਜ਼ ਆਲਵੇਜ਼ ਸਲੋ, ਕਿ ਹਮੇਸ਼ਾ ਹੀ ਤਰੱਕੀ ਦੇ ਰਾਹ ਹੌਲੀ ਹੌਲੀ ਮਿਲਦੇ ਹੈ। ਯਾਨੀ ਕਿ ਰੱਬ ਦੀ ਚੱਕੀ ਕਹਿੰਦੇ ਆ ਨਾ, ਹੌਲੀ ਚੱਲਦੀ ਹੈ ਬਟ ਆਟਾ ਬਹੁਤ ਬਰੀਕ ਕੱਢਦੀ ਹੈ। ਯਾਨੀ ਕਿ ਸਾਨੂੰ ਆਪਣੀ ਜ਼ਿੰਦਗੀ 'ਚ ਜਿਹੜੇ ਮੰਜ਼ਿਲ ਦੇ ਰਾਹ ਮਿਲਨੇ ਹੈ ਉਹ ਮਿਹਨਤ ਦੇ ਨਾਲ ਮਿਲਦੇ ਹੈ, ਰਾਤੋਂ ਰਾਤ ਨਹੀਂ ਮਿਲ ਜਾਣੇ। ਹਾਊਐਵਰ ਲਿਬਰਲੀ ਯੂ ਮੇ ਵਾਟਰ ਦ ਟਰੀ, ਇਟ ਨੀਡਸ ਟਾਈਮ ਟੂ ਸਪਰਾਊਟ ਐਂਡ ਗਰੋ। ਜੇ ਮਾਲੀ ਨੂੰ ਕਹੋ ਕਿ ਉਹ ਪਾਣੀ ਹੀ ਲਾਈ ਜਾਏ, ਖਾਦ ਹੀ ਪਾਈ ਜਾਏ ਤੇ ਫਲ ਨਿਕਲ ਆਏਗਾ ਰਾਤੋਂ ਰਾਤ ਜਾਂ ਦਿਨ ਚੜ੍ਹਦਿਆਂ ਹੀ, ਆ ਪੋਸੀਬਲ ਨਹੀਂ ਹੈ। ਆ ਚੀਜ਼ ਪੋਸੀਬਲ ਨਹੀਂ। ਉਸੇ ਤਰ੍ਹਾਂ ਬੇਟੇ ਹਰ ਚੀਜ਼ ਨੂੰ, ਜੇ ਕੋਈ ਕਹੇ ਕਿ ਮੈਂ ਆਸਕਰ ਅਵਾਰਡ ਲੈਣਾ ਹੈ ਤਾਂ ਹੀ ਮੈਂ ਬੜਾ ਅੱਛਾ ਗਾਣਾ ਹਾਂ, ਜਾਂ ਮੈਂ ਨੋਬਲ ਪੁਰਸਕਾਰ ਲੈਣਾ ਹੈ ਇਸ ਵਾਸਤੇ ਮੈਂ ਕਿਤਾਬਾਂ ਲਿਖਦਾ, ਲੇਖ ਲਿਖਦਾ ਹਾਂ, ਆ ਚੀਜ਼ ਰਾਤੋਂ ਰਾਤ ਅਚੀਵ ਨਹੀਂ ਕੀਤੀ ਜਾ ਸਕਦੀ। ਕਿਉਂਕਿ ਤੁਹਾਡਾ ਕੰਮ ਫਲ ਲੈਣਾ ਨਹੀਂ, ਫਲ ਮੰਗਣਾ ਨਹੀਂ, ਮਿਹਨਤ ਕਰਨਾ ਹੈ। ਫਲ ਆਪਣੇ ਆਪ ਮਿਲ ਜਾਏਗਾ ਤੁਹਾਡੇ ਮਿਹਨਤ ਨੂੰ ਦੇਖਦੇ ਹੋ। ਲਾਸਟ ਵਿੱਚ ਮੈਂ ਇੱਕ ਗੱਲ ਕਹਾਂਗਾ ਜੋ ਕਿ ਸਵਾਮੀ ਵਿਵੇਕਾਨੰਦ ਦੀ ਤਾਂ ਨਹੀਂ, ਬਟ ਮੈਂ ਆਮ ਤੌਰ ਤੇ ਜਿਹੜੇ ਵੀ ਮੋਟੀਵੇਸ਼ਨਲ ਲੈਕਚਰਸ 'ਚ ਗੱਲ ਕਰਦਾ ਹਾਂ ਉਹ ਹੈ ਕਿ ਵਾਈ ਮੀ ਐਂਡ ਟਰਾਈ ਮੀ। ਦੋ ਗੱਲਾਂ ਹੈ, ਦੋ ਹੀ ਦਾਇਰੇ ਹੈ ਜਿਹਦੇ 'ਚ ਅਸੀਂ ਕਿਸੇ ਇਨਸਾਨ ਨੂੰ ਸਮਝ ਸਕਦੇ ਹਾਂ, ਪਰਖ ਸਕਦੇ ਹਾਂ। ਇੱਕ ਬੰਦਾ ਕਹਿੰਦਾ ਵਾਈ ਮੀ, ਕਿ ਮੈਨੂੰ ਹੀ ਕਿਉਂ ਸਰ ਤੁਸੀਂ ਇਹ ਕੰਮ ਕਿਹਾ, ਮੈਂ ਹੀ ਕਿਉਂ ਕਰਾਂ, ਜਾਂ ਫਿਰ ਆਹ ਕੰਮ ਮੈਂ ਹੀ ਕਿਉਂ ਕਰਨਾ ਹੈ, ਹੋਰ ਬਥੇਰੇ ਬੱਚੇ ਆ ਕਲਾਸ 'ਚ, ਤੁਸੀਂ ਉਹਨੂੰ ਕਹਿ ਦਿਓ। ਦੂਸਰਾ ਬੰਦਾ ਕਹਿੰਦਾ ਕਿ ਟਰਾਈ ਮੀ, ਕਿ ਸਰ ਤੁਸੀਂ ਮੈਨੂੰ ਪਰਖ ਕੇ ਤੇ ਦੇਖੋ, ਹੋ ਸਕਦਾ ਹੈ ਮੈਂ ਹੋਰਾਂ ਨਾਲੋਂ ਵਧੀਆ ਕੰਮ ਕਰਾਂ, ਜਾਂ ਫਿਰ ਹੋ ਸਕਦਾ ਹੈ ਮੈਂ ਤੁਹਾਡੀ ਜਿੰਨੀ ਕੁ ਐਕਸਪੈਕਟੇਸ਼ਨਸ ਹੈ ਉਹਦੇ ਉੱਪਰ ਖਰਾ ਉਤਰਾਂ। ਸੋ ਆ ਬਹੁਤ ਜ਼ਰੂਰੀ ਹੈ ਕਿ ਅਸੀਂ ਟਰਾਈ ਮੀ ਦਾ ਨਾਰਾ ਚੱਕੀਏ ਤੇ ਟਰਾਈ ਮੀ ਦੇ ਨਾਲ ਤੁਰੀਏ ਕਿ ਪੋਜ਼ਿਟਿਵਿਟੀ ਲਾਈਫ ਵਿੱਚ ਇੰਨੀ ਕੁ ਆ ਜਾਏ ਕਿ ਅਸੀਂ ਆਪ ਵੱਧ ਕੇ ਅੱਗੇ ਕਹੀਏ ਕਿ ਵੀ ਮੈਂ ਆ ਕੰਮ ਕਰਨਾ ਚਾਹੁੰਦਾ ਹਾਂ, ਮੈਨੂੰ ਮੌਕਾ ਦਿੱਤਾ ਜਾਏ, ਓਪਰਚੁਨਿਟੀ ਦਿੱਤੀ ਜਾਏ। ਆ ਨਹੀਂ ਕਿ ਲੁੱਕ ਕੇ ਪਿੱਛੇ ਨੀਵੀਂ ਜੀ ਪਾ ਕੇ ਬਹਿ ਗਏ ਕਿ ਜੇ ਮੈਂ ਦਿਖਾਂਗਾ ਹੀ ਨਹੀਂ ਤੇ ਮੈਨੂੰ ਕੋਈ ਕੰਮ ਕਹੇਗਾ ਨਹੀਂ। ਤੁਹਾਨੂੰ ਕੰਮ ਫਿਰ ਬਿਲਕੁਲ ਵੀ ਕਿਸੇ ਨੇ ਨਹੀਂ ਕਹਿਣਾ। ਉਹਦੇ ਵਾਸਤੇ ਹੌਸਲਾ ਕਰਨਾ ਪੈਂਦਾ ਹੈ, ਉੱਠਣਾ ਪੈਂਦਾ ਹੈ, ਹਿੰਮਤ ਕਰਨੀ ਪੈਂਦੀ ਹੈ, ਇਨੀਸ਼ੀਏਟਿਵ ਲੈਣਾ ਪੈਂਦਾ ਹੈ। ਤੇ ਅਖੀਰ ਤੇ ਮੈਂ ਗੱਲ ਕਹਾਂਗਾ, ਤਿੰਨ ਚੀਜ਼ਾਂ ਮੈਂ ਤੁਹਾਨੂੰ ਕਹਾਂਗਾ ਕਿ ਅੜੀਅਲ, ਮੜੀਅਲ ਜਾਂ ਸੜੀਅਲ। ਅੜੀਅਲ, ਮਰੀਅਲ ਤੇ ਸੜੀਅਲ, ਬੇਟੇ ਆ ਤਿੰਨ ਮਾਪਦੰਡ ਹੈ ਜੋ ਤੁਸੀਂ ਨਹੀਂ ਅਪਣਾਣੇ। ਤੁਸੀਂ ਲਾਈਫ ਵਿੱਚ ਅੜੀਅਲ ਨਹੀਂ ਹੋਣਾ। ਫਿਜ਼ੀਕਲ ਐਜੂਕੇਸ਼ਨ ਦਾ ਪ੍ਰੈਕਟੀਕਲ ਹੋ, ਇੱਕ ਬੱਚਾ ਕਹਿੰਦਾ ਆ ਬੈਠਾ, ਆ ਬੱਚਾ ਕਹਿੰਦਾ ਜੀ ਮੈਂ ਭੱਜਣਾ ਨਹੀਂ, ਮੇਰੇ ਨੰਬਰ ਲਾ ਦਿਓ, ਮੈਂ ਅੜੀਅਲ ਹਾਂ। ਕਿਉਂ ਭੱਜਿਆ ਕਿ ਨਹੀਂ ਬਾਈ? ਭੱਜਿਆ, ਚਲੋ ਭਜਾ ਲਿਆ। ਚਲੋ ਅੜੀਅਲ ਹੋਣਾ ਬੇਟਾ, ਤੁਸੀਂ ਫਿਕਸਿਟੀਜ਼ ਦਿਖਾਈਆਂ ਲਾਈਫ ਵਿੱਚ, ਇੰਨੇ ਕੁ ਜ਼ਿਆਦਾ ਆਪਣੇ ਆਪ ਨੂੰ ਖਿੱਚ ਕੇ ਰੱਖਿਆ ਕਿ ਜੋ ਮੈਂ ਗੱਲ ਕਹਿਤੀ ਮੈਂ ਉੱਥੇ ਅਟਲ ਹਾਂ, ਭਾਵੇਂ ਉਹ ਗਲਤ ਹੀ ਹੈ। ਅੜੀਅਲ ਨਹੀਂ ਹੋਣਾ। ਸੜੀਅਲ ਨਹੀਂ ਹੋਣਾ, ਮੈਂ ਪਹਿਲੇ ਹੀ ਵਿਵੇਕਾਨੰਦ ਦੀ ਤੁਹਾਡੇ ਨਾਲ ਗੱਲ ਕੀਤੀ ਹੈ, that is you have to be a smiling and pleasant personality। ਤੇ ਅੜੀਅਲ, ਮਰੀਅਲ ਵੀ ਬਿਲਕੁਲ ਨਹੀਂ ਹੋਣਾ ਬੇਟੇ। ਮਰੀਅਲ ਇਸ ਤਰ੍ਹਾਂ ਨਹੀਂ ਹੋਣਾ ਕਿ ਜੇ ਤੁਸੀਂ ਕਹੋਗੇ ਜੀ ਮੈਂ ਥੋੜੀ ਜੀ ਸਰਦੀ ਨਾਲ ਬਿਮਾਰ ਹੋ ਗਿਆ, ਮੈਂ ਥੋੜੀ ਜੀ ਗਰਮੀ ਨਾਲ ਥੱਕ ਗਿਆ,
ਬੇਟੇ ਫਿਰ ਲਾਈਫ ਦਾ ਲੰਬਾ ਸਫ਼ਰ ਤੁਸੀਂ ਕਿਵੇਂ ਕੱਟੋਗੇ। ਸੋ ਤਿੰਨ ਚੀਜ਼ਾਂ ਪੜ੍ਹਾਉਣ ਵਾਸਤੇ ਵੀ, ਪੜ੍ਹਨ ਵਾਸਤੇ ਵੀ, ਵਿਦਿਆਰਥੀ ਵਾਸਤੇ ਵੀ, ਹਰ ਕਿੱਤੇ 'ਚ ਵਿਚਰਨ ਵਾਸਤੇ ਵੀ ਜ਼ਰੂਰੀ ਹੈ ਕਿ ਅਸੀਂ ਅੜੀਅਲ ਨਹੀਂ ਹੋਣਾ, ਮਰੀਅਲ ਨਹੀਂ ਹੋਣਾ, ਸੜੀਅਲ ਨਹੀਂ ਹੋਣਾ, ਬੈਲੈਂਸ ਬਣਾ ਕੇ ਰੱਖਣਾ ਹੈ ਹਰ ਚੀਜ਼ ਦਾ। ਆ ਗੱਲਾਂ ਨਾਲ ਬੇਟੇ ਮੈਂ ਆਪਣੀ ਸਪੀਚ ਹੁਣ ਬੰਦ ਕਰਾਂਗਾ ਤੇ ਮੈਂ ਡਾਕਟਰ ਦਿਵਿਆ ਜੋਤੀ ਨੂੰ ਕਹਾਂਗਾ ਕਿ ਉਹ ਬਾਕੀ ਬੱਚੇ ਜਿਨ੍ਹਾਂ ਨੇ ਬਹੁਤ ਵਧੀਆ ਸਾਡੇ ਕੋਲ ਐਸੇ ਲਿਖੇ ਆ ਤੇ ਅਸੀਂ ਉਹਨਾਂ 'ਚੋਂ ਕੁਝ ਚੁਣਿੰਦਾ ਐਸੇ ਫਸਟ, ਸੈਕਿੰਡ ਤੇ ਥਰਡ ਪੋਜੀਸ਼ਨ 'ਚ ਰੱਖੇ ਆ ਤੇ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰਾਂਗੇ। ਉਹਨਾਂ ਨੂੰ ਬੁਲਾਉਣ ਤੇ ਆ ਸ਼ਬਦਾਂ ਨਾਲ ਮੈਂ ਬੰਦ ਕਰਦੇ ਹੋਏ ਤੇ ਤੁਹਾਨੂੰ ਬਹੁਤ ਵਧੀਆ ਬੈਸਟ ਵਿਸ਼ੇਸ ਦੇਣਾ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਜਿਹੜੀਆਂ ਮੇਰੀਆਂ ਗੱਲਾਂ ਕਹੀਆਂ ਹੈ ਉਹਨਾਂ ਤੇ ਵਿਚਾਰ ਕਰੋਗੇ, ਉਹਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓਗੇ। ਥੈਂਕ ਯੂ ਸੋ ਮਚ। ਨੇ ਜੋ ਵਾਈ ਮੀ ਟਰਾਈ ਮੀ ਦੀ ਗੱਲ ਕਹੀ, ਮੈਨੂੰ ਗੱਲ ਯਾਦ ਆ ਗਈ ਛੋਟੀ ਜੀ। ਜ਼ਿਆਦਾ ਸਮਾਂ ਨਹੀਂ ਲਵਾਂਗੀ, ਬਸ 2-4 ਲਾਈਨਾਂ ਦੇ ਵਿੱਚ ਗੱਲ ਖਤਮ ਕਰੂੰਗੀ। ਈਅਰ 2004 ਦੀ ਗੱਲ ਹੈ ਕਿ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਕਲਾਸੀਕਲ ਡਾਂਸ ਕੰਪੀਟੀਸ਼ਨ ਦੇ ਵਿੱਚ ਬੈਂਕਾਕ ਗਈ ਸੀ ਤੇ ਉਸ ਟਾਈਮ ਉੱਥੇ ਕੰਪੀਟੀਸ਼ਨ ਚੱਲ ਰਿਹਾ ਸੀ ਐਂਡ ਆਈ ਵਾਜ਼ ਇਨ ਦਾ ਫਸਟ 5 ਪੋਜੀਸ਼ਨਸ। ਟੌਪ ਜਿਹੜੇ 5 ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਚੱਲ ਰਹੀ ਸੀ ਤੇ ਸਾਡਾ ਲਾਸਟ ਰਾਊਂਡ ਹੋਣਾ ਸੀ 26th of December ਨੂੰ 2004 ਤੇ ਉਸ ਟਾਈਮ 25th December ਨੂੰ ਉੱਥੇ ਸੁਨਾਮੀ ਟਾਈਡਲ ਵੇਵਸ ਆ ਗਈਆਂ ਤੇ ਜਿਹੜੇ ਥਾਈ ਕਿੰਗ ਸੀਗੇ ਉਹਨਾਂ ਦੇ ਗ੍ਰੈਂਡਸਨ ਦੀ ਡੈਥ ਹੋ ਗਈ ਤੇ ਮਤਲਬ ਬੜਾ ਹੌਚ ਪੌਚ ਜਾਂ ਇੱਕ ਮੈਸ ਜਿਹਾ ਉੱਥੇ ਕੰਟਰੀ ਦੇ ਅੰਦਰ ਕ੍ਰੀਏਟ ਹੋ ਗਿਆ ਤੇ ਉਹਨਾਂ ਨੇ ਸਪੈਸ਼ਲ ਪਲੇਨਸ ਦੇ ਅਰੇਂਜਮੈਂਟ ਕਰਕੇ ਜਿਹੜੇ ਕੰਪੀਟੀਟਰਸ ਆਏ ਸੀ ਉਹਨਾਂ ਨੂੰ ਪਹਿਲੇ ਆਪਦੀ ਕੰਟਰੀ ਪਹੁੰਚਾਇਆ ਕਿ ਇਹ ਸੇਫਲੀ ਇੱਥੋਂ ਨਿਕਲ ਜਾਣ। ਤੇ ਮੈਂ ਆ ਕੇ ਬਹੁਤ ਰੋਈ, ਬਹੁਤ ਜ਼ਿਆਦਾ। ਮੈਂ ਆਪਦੇ ਫਾਦਰ ਨੂੰ ਕਿਹਾ ਕਿ ਅਗਰ ਨਹੀਂ ਵੀ ਉਹਨਾਂ ਤਿੰਨਾਂ ਚਾਹੁੰਦੀ ਸੀ, ਟੌਪ 5 'ਚ 5th ਤਾਂ ਸੀਗੀ ਨਾ ਮੈਂ ਫਿਰ ਵੀ, ਤੇ ਕਿਉਂ ਕੰਪੀਟੀਸ਼ਨ ਨਹੀਂ ਹੋਇਆ ਐਂਡ ਵਾਈ ਆਲਵੇਜ਼ ਇਟ ਹੈਪਨਸ ਟੂ ਮੀ ਨਾ। ਜਿਵੇਂ ਸਰ ਨੇ ਕਿਹਾ ਵਾਈ ਮੀ, ਤੇ ਮੈਨੂੰ ਯਾਦ ਆਇਆ ਮੈਂ ਬਹੁਤ ਰੋਈ ਕਿ ਹਮੇਸ਼ਾ ਮੇਰੇ ਨਾਲ ਹੀ ਐ ਕਿਉਂ ਹੁੰਦਾ ਹੈ ਕਿ ਚੀਜ਼ ਆਉਂਦੀ ਹੈ ਹੱਥ ਵਿੱਚ ਆ ਕੇ ਮੇਰੇ ਤੋਂ ਨਿਕਲ ਜਾਂਦੀ ਹੈ। ਤੇ ਮੇਰੇ ਫਾਦਰ ਨੇ ਇੱਕ ਬੜੀ ਖੂਬਸੂਰਤ ਗੱਲ ਮੈਨੂੰ ਕਹੀ, ਮੈਨੂੰ ਕਹਿੰਦੇ ਕਿ ਤੂੰ ਇੰਡੀਆ ਦੀ ਟੌਪ ਮੋਸਟ ਡਾਂਸਰ ਹੈ, ਕਿ ਤੇਰੇ ਤੋਂ ਜ਼ਿਆਦਾ ਇੱਥੇ ਟੈਲੈਂਟ ਹੋਰ ਕਿਸੇ ਕੋਲ ਨਹੀਂ। ਮੈਂ ਕਿਹਾ ਨੋ। ਕਹਿੰਦੇ ਤੂੰ ਇੰਡੀਆ ਛੱਡ, ਅਸੀਂ ਡੱਬ ਵਾਲੀ ਛੋਟੀ ਜਿਹੀ ਸਿਟੀ, ਛੋਟਾ ਜਿਹਾ ਟਾਊਨ ਹੈ ਜਿਸ ਨੂੰ ਬਿਲੋਂਗ ਕਰਦੇ ਸੀ। ਮੈਨੂੰ ਕਹਿੰਦੇ ਤੂੰ ਡੱਬ ਵਾਲੀ ਦੀ ਵੀ ਟੌਪ ਮੋਸਟ ਡਾਂਸਰ ਨਹੀਂ ਹੋਏਗੀ। ਮੈਂ ਕਿਹਾ ਨਹੀਂ। ਕਹਿੰਦੇ ਜਦੋਂ ਇੰਨੀ ਵਾਰ ਤੈਨੂੰ ਮੌਕੇ ਦਿੱਤੇ ਗਏ ਤੂੰ ਉਦੋਂ ਨਹੀਂ ਕਿਹਾ ਵਾਈ ਮੀ ਓਨਲੀ, ਤੇ ਅੱਜ ਕਿਉਂ ਵਾਈ ਮੀ ਓਨਲੀ? ਜਦੋਂ ਕਿਸਮਤ ਨੇ ਤੈਨੂੰ ਟਰਾਇਲਸ ਦਿੱਤੇ ਉਦੋਂ ਨਹੀਂ ਕਿਹਾ ਨਾ। ਤਾਂ ਮੈਨੂੰ ਉਹ ਗੱਲ ਬੈਠੇ ਬੈਠੇ ਯਾਦ ਆ ਗਈ। ਮੇਰਾ ਮਨ ਕੀਤਾ ਕਿ ਮੈਂ ਸ਼ੇਅਰ ਕਰਾਂ ਸਾਰੇ ਸਟੂਡੈਂਟਸ ਦੇ ਨਾਲ, ਦੈਟਸ ਵਾਈ ਆਈ ਸ਼ੇਅਰ। ਤੇ ਮੈਂ ਹੁਣ ਇੱਥੇ ਡਾਇਸ ਤੇ ਬੁਲਾਉਂਗੀ। ਪਹਿਲੇ ਮੈਂ ਰਿਜ਼ਲਟਸ ਅਨਾਉਂਸ ਕਰਦਾ ਜਿਹੜਾ ਐਸੇ ਰਾਈਟਿੰਗ ਕੰਪੀਟੀਸ਼ਨ ਸੀ, ਉਸ ਤੋਂ ਬਾਅਦ ਅਸੀਂ ਟਰਨ ਬਾਏ ਟਰਨ ਇਹਨਾਂ ਪ੍ਰਾਈਜ਼ ਵਿਨਰਸ ਨੂੰ ਇੱਥੇ ਡਾਇਸ ਤੇ ਬੁਲਾਵਾਂਗੇ ਤੇ ਤਾਂ ਕਿ ਤੁਸੀਂ ਸਾਰੇ ਸੁਣੋ ਕਿ ਕਿੰਨੇ ਖੂਬਸੂਰਤ ਵਿਚਾਰ ਇਹਨਾਂ ਨੇ ਪੇਸ਼ ਕੀਤੇ। ਫਸਟ ਪੋਜੀਸ਼ਨ ਗੋਜ਼ ਟੂ ਹਰਗੁਰਜੋਤ ਜੋਹਲ, BSc ਫਸਟ ਈਅਰ ਨॉन ਮੈਡੀਕਲ। सेकंड पोजीशन युक्ता, BA फर्स्ट ईयर। तो सेकंड पोजीशन ही है दिलप्रीत कौर, BSc 4th सेमेस्टर। थर्ड पोजीशन ते भी 2 स्टूडेंट्स ने, 2 ਦੇ ਵਿੱਚ ਟਾਈ ਹੈ। ਆਕਾਂक्षा ਕਰ BCom फर्स्ट ईयर एंड मोनिका BSc 4th सेमेस्टर। मैं ਹੁਣ ਇੱਥੇ ਡਾਇਸ ਤੇ ਇਨਵਾਈਟ ਕਰੂੰਗੀ ਹਰਗੁਰਜੋਤ ਜੋਹਲ ਜੋ ਕਿ ਫਸਟ ਪ੍ਰਾਈਜ਼ ਵਿਨਰ ਨੇ। ਤੁਸੀਂ ਸੁਣੋ ਇਹਨਾਂ ਨੇ ਕਿ ਕਿਸ ਟਾਈਪ ਦਾ ਐਸੇ ਲਿਖਿਆ ਤਾਂ ਕਿ ਉਵੇਂ ਦੀਆਂ ਇਨੋਵੇਟਿਵ ਥਿੰਕਿੰਗਸ ਤੁਹਾਡੇ ਅੰਦਰ ਵੀ ਇਨਕਲਕੇਟ ਹੋ ਸਕਣ। ਹਰਗੁਰਜੋਤ ਜੋਹਲ। Respected teachers and my fellow college mates. First of all, a very good afternoon to all of you, and I would like to thank the faculty for acknowledging my efforts that I have put in this essay writing. I would like to read out my essay in front of you. Role of youth in nation's progress. Nation building refers to the process of engaging all the citizens in the development of the nation. Youth are the building blocks of the nation, and they help in the economical and social development of a nation, and moreover constitute a major portion of the total population of the country. They represent the most dynamic section, and their energy level as well as confidence make them take risks and achieve new heights in their respective domains. Youth in a nation create a productive and efficient environment conducive to economical and social progress of the nation. Youth is not only the partner of today but also the leader of tomorrow. Youth is full of energy and enthusiasm to learn, act and achieve. They are the social actors who can perform to bring revolutionary changes and improvement in the society.
The participation of youth is must to achieve any kind of future goals of prosperity, political stability, social unity in a democratic manner. A nation develops at a steady pace when the youth of the country is educated and their knowledge is put to right use. The illiterate population of our country holds back and hinders the progress of our nation. The government must make special efforts to provide right education to them in order to make them think logically, rationally, and open mindedly, which will help them act in a responsible manner. Unemployment and poverty are some factors that deprive youth from using their full potential for their personal good as well as that of society. There is also a lack of support and motivation by the community to youth to pursue careers in creative fields. Women face gender based discrimination, marginalization, violence, and unequal access to education. For sustainable development, it is important to provide equal opportunities to youth irrespective of their caste, color, or creed. However, the contribution of youth in the progress and development of nation is not entirely appreciated. Youth are making a prominent difference as leaders, activists, prolific writers in various fields. The energy and inspiration of young leaders are key drivers for accelerating progress of any nation. They are open to experiments and have succeeded at international platforms. They are full of ideas and have infinite energy to put their ideas into practice and voice their opinions. Without the guidance, support, and recognition from government, youth are often unequipped to use their full potential. As encouraged and inspired citizens, young people are the most important resources to bring positive changes in the society. Therefore, we need to utilize the power of youth and make the most of their undying energy, innovative ideas, and unique perspectives. Youth is surely the most prized possession of the nation, and the sooner we realize and utilize their power, the faster our nation will progress and develop. Thank you very much. थैंक यू हरगुरजोत नेक्स्ट स्पीकर ने युक्ता बीए फर्स्ट ईयर युक्ता Principal sir, teachers, and my dear friends, a very good afternoon to all. Samantha, can we have silence here? Now I am going to discuss about role of youth in a nation's progress. Role of youth in nation's progress. The term nation building or national development is usually used to refer to a constructive progress of engaging all citizens in building social cohesion, economic prosperity, and political stability in a nation in an inclusive and democratic way. Going by the definition, it's seen that all citizens are to be involved in building or developing a nation. Thus, the involvement of youth in national development is a must. In fact, youths play one of the most important roles in nation building. Youths are not only the leaders of tomorrow but also the partners of today. Young people are social actors of change and progress. They are a crucial segment of nation's development. The youths are very energetic and enthusiastic. They have the ability to learn and adapt to the environment. Similarly, they are willing to learn and act on it as well to achieve their goals. Our youth can bring social reform and improvement in society. We cannot make do without the youth of a country. Furthermore, the nation requires their participation to achieve the goals and help in taking the country towards progress. It's up to us how to help the youth in playing this role properly. We must make all the youth aware of their power and the role they have to play in nation building. There are many ways in which we can help the youth of our country to achieve their potential. For that, the government must introduce programs that will help in fighting of issues like unemployment, poor education institutes, and more to help them prosper without any hindrance. Furthermore, equal opportunities must be provided for all irrespective of caste, creed, gender, race, religion, and more. We must make sure that every youth has the chance to prove themselves
worthy, and that must be offered equally to all. In short, our youth has the power to build a nation, so we must give them the opportunity. Their zeal and enthusiasm must be channelized properly to help a nation prosper and flourish. It is to be noted that most of the problems we face are also because of youth. It's true that youth have got energy, skill, hopes, and dreams, along with those the determination and exuberance, but they also lack proper and critical thinking. The youth, which could have been the pioneer of some world changing act, may very well become world destroying terrorists. Thus, here lies the role of a nation and its government in guiding the youth to the correct way of living and in utilizing their vital energy and desire for the betterment of the nation. For this, proper education system and good political situation is required. More education is a must for this as well. If youth can be motivated and educated the right way, we surely can spearhead the progress of a nation and make the world a better place to live. Thanks. Thank you, Yukta. ਜਿਹੜੇ ਮੈਨੂੰ ਬਾਰ-ਬਾਰ ਫੋਨ ਕਰਦੀ ਸੀ। ਅੱਗੇ ਸਪੀਕਰ ਦਿਲਪ੍ਰੀਤ ਕੌਰ BSc 4th semester। परम सत्कारयोग प्रिंसीपल सर, जज साहबान ते मेरे अध्यापक साहबान ते विद्यार्थी साथियों, तुहाडे सारिਆਂ सामने अज मैं एक लेख पेश करन जा रही हाँ जिसका नाम है किसी देश की तरक्की विच नौजवानों की भूमिका। सब तो पहला असी नौजवान वर्ग की सोच, वर्तारा ते नाल ही मौजूदा हालत बारे विचार करते हाँ। समाजिक वर्तारे दे विच नौजवान पीढ़ी की अहम भूमिका होंदी है, बल्कि कई वर्तारे दे विच भी जिवें असीं कह सकते हाँ कि जात पात दा वखरेवा ते कई होर वहमां भरमां दा खत्म हो जाना नौजवानों की सकारात्मक सोच ही है। मेरे विचार के अनुसार कोई भी देश, चाहे कोई भी कौम होवे, चाहे कोई भी किता होवे, उन्नी तरक्की करते हैं ते उन्नी अगे वधदे हैं जिन्नी कि नौजवानों की सोच उच्ची होवे। इसे करके नौजवान ही देश का भविख होंदे हैं। जिवें कई वड्डे बजुर्ग कह दिंदे हैं कि अज का बच्चा ही कल का नेता होवेगा। देश दे विच कई तरह के समाज के लोग रहिंदे हैं। जिवें संसार विच कई देश हैं ते देश विच कई प्रांत हैं ते प्रांतां विच कई शहर ते पिंड हैं ते शहर ते पिंड विच कई तरह के परिवार हैं ते उन्हां परिवारां दे विच भी कई तरह के लोग हैं। जिवें असीं कह सकते हैं कि नौजवानों की सोच ने समाज की नौजवानों ने समाज की सब तो छोटी इकाई परिवार तो लैके समाज की वड्डी तो वड्डी इकाई के पद्धर के तौर पर ही इसनूं बदल दिता है। अज की नौजवान पीढ़ी बहुत पढ़ लिख गई है, जिस करके वो सकारात्मक सोच रखते हैं ते देश की तरक्की करते हैं ते पूरी दिलचस्पी नाल अपनी भूमिका निभाते हैं। अज 2021 का युग आ गया है, पर जे असीं 1947 वेले के इतिहास से निगाह मारीए तो असीं देखते हैं जिवें कि नौजवानों ने सोच के बहुत बड़े पद्धर से अपना देश आज़ाद करवा दिता है। जिवें कि 1947 वेले तो पहला अपना देश अंग्रेज़ों का गुलाम बनाया होया सी, पर सरदार भगत सिंह, सुखदेव, राजगुरु वर्गे नौजवानों की बहुत उच्ची सोच ने देश को आज़ाद करवा दिता ते ये नौजवानों की देश की तरक्की विच सब तो वड्डी अहम भूमिका है। पर जे आपां अज के जमाने की गल करिए, जिवें असीं देखते हैं कि पिछले साल 2020 दे विच सरकार के द्वारा किसानों के खिलाफ काले कानून ते ऑर्डीनेंस पास किए गए हैं, पर जिन्हां खिलाफ अज पंजाब नहीं बल्कि पूरे देश के विच धरने लगाए जा रहे हैं। अज के नौजवान पीढ़ी की सोच करके किसानों ने ये चीज़ पता लगी है कि उन्हां लई ये कानून लाभदायक नहीं हैं। इन्हां कानूनों नूं लैके देश के विच नौजवानों के विच बहुत बड़ा जोश पैदा होया है, क्योंकि वो ये कानून रद्द करवा के ही अपने देश की किसानों की भी तरक्की चाहते हैं। पर जे असीं निगाह मारीए टैक्नोलॉजी वाल तो अज दे हर एक नौजवान कोले अपना मोबाइल है ते अज जो सोशल मीडिया के जरिए बहुत सारा पैसा कमा रहे हैं, जो कि पैसा कमाउण नाल वो अमीर हुंदे हैं ते देश की तरक्की ही है। पर जे इस दे नाल नाल वो होर भी कई तरीके लभ रहे हैं जिस दे नाल वो तरक्की के राह ते जा रहे हैं। पंजाब ने हमेशा ही विश्व पद्धर ते चंगे सिर कढ़ खिडारियों का निर्माण करके खेडों के खेतर दे विच एक प्रमुख स्थान की प्राप्ति का आनंद लिया है। ये श्रेणी उन्होंने नौजवानों ते उभरे खिडारियों की पछाण करेगी जिन्होंने विश्व पद्धर ते अपनी शानदार खेड का प्रदर्शन करते हुए पंजाब नूं एक वड्डा रुतबा प्रदान किया है।
ਜਿਸ ਦੇ ਨਾਲ ਨਾ ਕੇਵਲ ਸੂਬੇ ਦਾ ਬਲਕਿ ਦੇਸ਼ ਦਾ ਸਿਰ ਮਾਣ ਨਾਲ ਉੱਚਾ ਉੱਠਦਾ ਹੈ। ਇਸ ਪ੍ਰਕਾਰ ਨੌਜਵਾਨ ਜਦੋਂ ਖੇਡਾਂ ਖੇਡਦੇ ਹਨ ਤੇ ਫਿਰ ਇੱਕ ਦਿਨ ਵੱਡੇ ਖਿਡਾਰੀ ਬਣ ਜਾਂਦੇ ਹਨ, ਜੋ ਕਿ ਦੇਸ਼ ਦੇ ਵਿੱਚ ਨਹੀਂ ਬਲਕਿ ਪੂਰੇ ਸੰਸਾਰ ਦੇ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਜਿਵੇਂ ਕਿ ਸਾਡੇ ਦੇਸ਼ ਦੇ ਖਿਡਾਰੀ, ਕ੍ਰਿਕਟ ਦੇ ਖਿਡਾਰੀ ਵਿਰਾਟ ਕੋਹਲੀ, ਹਾਰਦਿਕ ਪਾਂਡੇ ਵਰਗੇ ਤੇ ਹੋਰ ਕਈ ਮਸ਼ਹੂਰ ਖਿਡਾਰੀਆਂ ਨੇ ਕ੍ਰਿਕਟ ਦੇ ਵਿੱਚ ਮੱਲਾਂ ਮਾਰੀਆਂ ਹਨ। ਹਰ ਸਾਲ ਇਹ ਖਿਡਾਰੀ ਵਰਲਡ ਕੱਪ ਜਿੱਤ ਕੇ ਲਿਆਉਂਦੇ ਹਨ, ਜੋ ਕਿ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਖਿਡਾਰੀ ਇੱਕ ਨੌਜਵਾਨ ਹੀ ਤਾਂ ਹਨ ਜੋ ਦੇਸ਼ ਦੇ ਤਰੱਕੀ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਪਰ ਜੇ ਅਸੀਂ ਸੰਗੀਤ ਤੇ ਸਿਨੇਮਾ ਦੀ ਗੱਲ ਵੱਲ ਧਿਆਨ ਦੇਈਏ ਤਾਂ ਨੌਜਵਾਨਾਂ ਨੇ ਬਹੁਤ ਤਰੱਕੀ ਕੀਤੀ ਹੈ। ਪੰਜਾਬੀ ਸਿਨੇਮਾ ਤੇ ਸੰਗੀਤ ਦੇ ਸਰਹੱਦਾਂ ਨੂੰ ਪਾਰ ਕਰਦਿਆਂ ਸੰਗੀਤ ਦੇ ਜਗਤ ਨੂੰ ਵਿਸ਼ਵ ਪੱਧਰ ਤੇ ਇੱਕ ਵੱਡਾ ਰੁਤਬਾ ਪ੍ਰਦਾਨ ਕੀਤਾ ਹੈ। ਪੰਜਾਬੀ ਕਲਾਕਾਰਾਂ ਨੇ ਦੁਨੀਆ ਭਰ ਵਿੱਚ ਆਪਣੀ ਵਿਲੱਖਣ ਸੰਗੀਤ ਦਾ ਇੱਕ ਲੋਹਾ ਮਨਵਾਇਆ ਹੈ, ਜਿਸ ਸਦਕਾ ਇਸ ਸ਼੍ਰੇਣੀ ਰਾਹੀਂ ਪੰਜਾਬ ਦੇ ਉਹਨਾਂ ਕਲਾਕਾਰਾਂ ਨੂੰ ਸਨਮਾਨਿਆ ਜਾਂਦਾ ਹੈ ਜਿਨ੍ਹਾਂ ਨੇ ਸਿਨੇਮਾ ਤੇ ਸੰਗੀਤ ਜਗਤ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਪਰ ਜੇ ਅਸੀਂ ਗੱਲ ਕਰੀਏ, ਜਦੋਂ ਕੋਈ ਵੀ ਮੁਲਕ ਜਾਂ ਦੇਸ਼ ਦੇ ਤਬਕੇ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਆਪਣੇ ਭਾਰਤ ਦੇਸ਼ ਨੂੰ ਚੀਨ ਦਾ ਸਾਹਮਣਾ ਕਰਨਾ ਪੈਂਦਾ, ਤਾਂ ਨੌਜਵਾਨ ਹਮੇਸ਼ਾ ਹੀ ਉਹਨਾਂ ਦੀ ਮਦਦ ਲਈ ਅੱਗੇ ਖੜ੍ਹਦੇ ਹਨ। ਇਹ ਪੁਰਸਕਾਰ ਵੀ ਉਹਨਾਂ ਨੌਜਵਾਨ ਸਮਾਜ ਸੇਵੀਆਂ ਨੂੰ ਸਮਰਪਿਤ ਹੋਵੇਗਾ। ਉਹਨਾਂ ਨੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਜੇਕਰ ਦੇਸ਼ ਦੇ ਨੌਜਵਾਨ ਜੇ ਦੇਸ਼ ਦੀ ਸੁਰੱਖਿਆ ਜਾਂ ਸਮਾਜਿਕ ਕੰਮਾਂ ਲਈ ਕਿਸੇ ਬਾਹਰਲੇ ਮੁਲਕਾਂ ਦੀ ਸਹਾਇਤਾ ਲੈਣ ਦੀ ਥਾਂ ਨਵੇਂ ਤਰੀਕੇ ਉਸਾਰ ਕੇ ਸਮਾਜਿਕ ਸੇਵਾ ਕਰਨ, ਤਾਂ ਇਸ ਤੋਂ ਵੱਡੀ ਹੋਰ ਗੱਲ ਕੀ ਹੋਵੇਗੀ ਜਾਂ ਇਸ ਤੋਂ ਵੱਡਾ ਹੋਰ ਕੰਮ ਕੀ ਹੋਵੇਗਾ। ਅੱਜ ਕੱਲ੍ਹ ਦੇ ਨੌਜਵਾਨ ਬਹੁਤ ਪੜ੍ਹ ਲਿਖ ਗਏ ਹਨ, ਜਿਸ ਕਰਕੇ ਉਹ ਮਾਡਰਨ ਸੋਚ ਵਾਲੇ ਹੋ ਗਏ ਹਨ, ਜਿਸ ਕਰਕੇ ਉਹ ਇਹ ਸੋਚਦੇ ਹਨ ਕਿ ਕੁੜੀਆਂ ਨੂੰ ਪੜ੍ਹਾਇਆ ਜਾਵੇ, ਉਹਦੇ ਵਿੱਚ ਹੀ ਦੇਸ਼ ਦੀ ਤਰੱਕੀ ਹੈ। ਉਹਨਾਂ ਦੀ ਇਹ ਸੋਚ ਨੇ ਕਲਪਨਾ ਚਾਵਲਾ ਵਰਗੀਆਂ ਕੁੜੀਆਂ ਅੱਜ ਸਪੇਸ ਤੱਕ ਜਾ ਪਹੁੰਚ ਗਈਆਂ ਹਨ, ਹਰ ਚੀਜ਼ ਵਿੱਚ ਮੋਹਰੀ ਹਨ। ਅੱਜ ਦੀਆਂ ਕੁੜੀਆਂ ਇੰਨਾ ਪੜ੍ਹ ਲਿਖ ਗਈਆਂ ਹਨ ਕਿ ਉਹ ਹੁਣ ਮਰਦ ਦੀ ਜੁੱਤੀ ਨਹੀਂ ਬਲਕਿ ਉਹਨਾਂ ਨਾਲ ਕੰਧਾਂ ਤੇ ਕੰਧਾਂ ਮਿਲਾ ਕੇ ਖੜ ਗਈਆਂ ਹਨ। ਇਹ ਸਭ ਕੁਝ ਨੌਜਵਾਨਾਂ ਦੀ ਸੋਚ ਤੇ ਹੀ ਤਾਂ ਹੈ। ਨੌਜਵਾਨਾਂ ਦੀ ਇਸੇ ਸੋਚ ਨੇ ਹੀ ਦੇਸ਼ ਨੂੰ ਸਭ ਤੋਂ ਵੱਡੀ ਤਰੱਕੀ ਦਿੱਤੀ ਹੈ। ਪੰਜਾਬ ਨੌਜਵਾਨ ਤਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਹਨ ਤੇ ਕੋਨੇ-ਕੋਨੇ ਵਿੱਚ ਮਿਹਨਤ ਤੇ ਸਿਰੜ ਸਦਕਾ ਹਰ ਖੇਤਰ ਵਿੱਚ ਮਾਰਕਾ ਹੀ ਸਥਾਪਿਤ ਕੀਤਾ ਹੈ। ਨੌਜਵਾਨਾਂ ਨੇ ਤਾਂ ਕਈ NRI ਪੁਰਸਕਾਰ ਵੀ ਪ੍ਰਾਪਤ ਕੀਤੇ ਹਨ, ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਆਪਣੀ ਤਰੱਕੀ ਦੇ ਝੰਡੇ ਗੱਡੇ ਹਨ ਅਤੇ ਇਹ ਨੌਜਵਾਨ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਦਿੰਦੇ ਹਨ। ਜੇ ਆਪਾਂ ਗੱਲ ਕਰੀਏ ਵਿਗਿਆਨ ਤੇ ਤਕਨੀਕ ਦੀ, ਤਾਂ ਨੌਜਵਾਨ ਕਿਸੇ ਵੀ ਦੇਸ਼ ਦੇ ਵਿਕਾਸ ਲਈ ਖੋਜ ਤੇ ਨਵੀਨਕਰਨ ਵੱਡੇ ਪੈਮਾਨੇ ਤੇ ਕਰਦੇ ਹਨ। ਅੱਜ ਕੱਲ੍ਹ ਤਾਂ ਸਾਇੰਸ ਬਹੁਤ ਹੀ ਜ਼ਿਆਦਾ ਤਰੱਕੀ ਕਰ ਰਹੀ ਹੈ। ਤਰੱਕੀ ਹੋਣਾ ਸਭ ਕੁਝ ਇੱਕ ਸੋਚ ਹੀ ਤਾਂ ਹੈ। ਨੌਜਵਾਨ ਦੀ ਇੱਕ ਸੋਚ ਨੇ ਸਾਰਾ ਸੰਸਾਰ ਹੀ ਬਦਲ ਦਿੱਤਾ ਹੈ। ਜੋ ਕੰਮ ਹੱਥਾਂ ਨਾਲ ਕਰਨੇ ਪੈਂਦੇ ਸੀ, ਉਹ ਅੱਜ ਨੌਜਵਾਨਾਂ ਦੀ ਸੋਚ ਕਰਕੇ ਕਈ ਨਵੇਂ ਤੋਂ ਨਵੇਂ ਤਰੀਕੇ ਖੋਜੇ ਗਏ ਹਨ ਤੇ ਮਸ਼ੀਨੀ ਢੰਗ ਨਾਲ ਹੋਣ ਲੱਗ ਗਏ ਹਨ। ਭਾਰਤ ਦੇਸ਼ ਨੇ ਸਾਇੰਸ ਦੇ ਮਾਮਲੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆਪਣਾ ਨਾਮ ਰੌਸ਼ਨ ਕੀਤਾ ਹੈ। ਇਹੀ ਤਾਂ ਹੈ ਸਭ ਕੁਝ ਨੌਜਵਾਨਾਂ ਦੀ ਭੂਮਿਕਾ ਇੱਕ ਦੇਸ਼ ਦੀ ਤਰੱਕੀ ਦੇ ਵਿੱਚ। ਧੰਨਵਾਦ। बहुत खूबसूरत विचार दिलप्रीत कौर। अगले वक्ता ने आकांक्षा गर्ग बीकॉम। आयोग प्रिंसीपल साहिबान, अध्यापक साहिबान ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਅੱਜ ਮੈਂ ਤੁਹਾਡੇ ਸਾਹਮਣੇ ਦੇਸ਼ ਦੇ ਵਿਕਾਸ ਵਿੱਚ ਨੌਜਵਾਨ ਪੀੜ੍ਹੀ ਦੀ ਭੂਮਿਕਾ ਜੋ ਕਿ ਬਹੁਤ ਵੱਧ ਗਈ ਹੈ, ਇਸ ਬਾਰੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੀ ਹਾਂ। ਭੂਮਿਕਾ, ਇਹ ਗੱਲ ਬਿਲਕੁਲ ਸਹੀ ਹੈ ਕਿ ਦੇਸ਼ ਦੇ ਵਿਕਾਸ ਵਿੱਚ ਨੌਜਵਾਨ ਪੀੜ੍ਹੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਨੌਜਵਾਨ ਪੀੜ੍ਹੀ ਦੇਸ਼ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਨਸ਼ਿਆਂ ਤੋਂ ਦੂਰੀ, ਦੇਸ਼ ਦੇ ਵਿਕਾਸ ਵਿੱਚ ਸਭ ਤੋਂ ਬੁਰੀ ਸਮੱਸਿਆ ਇਹ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗ੍ਰਸਤ ਹੋ ਚੁੱਕੀ ਹੈ, ਜਿਸ ਕਰਕੇ ਉਹ ਦੇਸ਼ ਦੇ ਵਿਕਾਸ ਵਿੱਚ ਹਿੱਸਾ ਨਹੀਂ ਪਾ ਸਕਦੀ। ਪਰ ਇਸ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਦੇਸ਼ ਵਿੱਚ ਇਹੋ ਜਿਹੇ ਬਹੁਤ ਸਾਰੇ ਨਸ਼ਾ ਛੁਡਾਊ ਕੇਂਦਰ ਹਨ ਜੋ ਸਾਡੀ ਨਸ਼ਾ ਛੁਡਾਉਣ ਵਿੱਚ ਸਹਾਇਤਾ ਕਰਦੇ ਹਨ ਅਤੇ ਨਸ਼ਿਆਂ ਨੂੰ ਛੱਡਣ ਤੋਂ ਬਾਅਦ ਦੇਸ਼ ਦੇ ਆਰਥਿਕ ਅਤੇ ਸਮਾਜਿਕ ਕੰਮ ਕਰਕੇ ਨੌਜਵਾਨ ਪੀੜ੍ਹੀ ਦੇਸ਼ ਦਾ ਵਿਕਾਸ ਕਰ ਸਕਦੀ ਹੈ। ਰੋਜ਼ਗਾਰ, ਦੇਸ਼ ਦੀ ਇੱਕ ਹੋਰ ਬਹੁਤ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ। ਰੋਜ਼ਗਾਰ ਨਾ ਮਿਲਣ ਕਰਕੇ ਉਹ ਕੋਈ ਕੰਮ ਨਹੀਂ ਕਰਦਾ ਅਤੇ ਵਿਹਲਾ ਰਹਿੰਦਾ ਹੈ, ਜਿਸ ਕਾਰਨ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਜੇਕਰ ਸਰਕਾਰ ਦੇਸ਼ ਦੀਆਂ ਕੰਪਨੀਆਂ ਨੂੰ ਕੁਝ ਸਹੂਲਤਾਂ ਦੇਵੇ ਤਾਂ ਉਹ ਨਵੇਂ ਪ੍ਰੋਜੈਕਟ ਲਗਾ ਸਕਦੇ ਹਨ, ਜਿਸ ਦੇ ਨਾਲ ਕੰਪਨੀਆਂ ਨੂੰ ਮਜ਼ਦੂਰਾਂ ਤੇ ਕਰਮਚਾਰੀਆਂ ਦੀ ਲੋੜ ਪੈਂਦੀ ਹੈ ਅਤੇ ਉਹ ਵੱਡੇ ਖੇਤਰ ਵਿੱਚ ਲੋਕਾਂ ਨੂੰ ਰੋਜ਼ਗਾਰ ਦਿਵਾ ਸਕਦੇ ਹਨ ਅਤੇ ਇਸ ਨਾਲ ਦੇਸ਼ ਦੇ ਵਿਕਾਸ ਵਿੱਚ GDP ਜੋ ਕਿ ਅਹਿਮ ਰੋਲ ਅਦਾ ਕਰਦੀ ਹੈ, ਉਸ ਵਿੱਚ ਵੀ ਵਾਧਾ ਹੁੰਦਾ ਹੈ। ਭਾਰਤੀ ਕੰਪਨੀਆਂ ਦੇ ਵਿਦੇਸ਼ੀ ਕੰਪਨੀਆਂ ਨਾਲ ਚੰਗੇ ਸੰਬੰਧ, ਦੇਸ਼ ਦੇ ਵਿਕਾਸ ਵਿੱਚ ਨੌਜਵਾਨ ਪੀੜ੍ਹੀ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ।
ਕਿਉਂਕਿ ਜੇਕਰ ਭਾਰਤੀ ਕੰਪਨੀਆਂ ਦੇ ਨੌਜਵਾਨ ਵਿਦੇਸ਼ੀ ਕੰਪਨੀਆਂ ਦੇ ਵਿਅਕਤੀਆਂ ਨਾਲ ਚੰਗੇ ਸੰਬੰਧ ਸਥਾਪਿਤ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ ਉਹ ਕਿਸੇ ਵੀ ਆਰਥਿਕ ਜਾਂ ਸਾਹਿਤ ਮੁਸ਼ਕਿਲ ਸਮੇਂ ਵਿਦੇਸ਼ੀ ਕੰਪਨੀਆਂ ਦੀ ਸਹਾਇਤਾ ਲੈ ਸਕਦੇ ਹਨ। ਜਿਵੇਂ ਕਿ ਕੇਦਾਰਨਾਥ ਵਿੱਚ ਬਾੜ ਆਉਣ ਕਾਰਨ ਬਹੁਤ ਨੁਕਸਾਨ ਹੋਇਆ ਸੀ, ਪਰ ਬਹੁਤ ਸਾਰੇ ਵਿਦੇਸ਼ੀ ਲੋਕਾਂ ਨੇ ਸਹਾਇਤਾ ਪ੍ਰਦਾਨ ਕੀਤੀ ਸੀ ਅਤੇ ਇਸ ਨਾਲ ਕੇਦਾਰਨਾਥ ਵਿੱਚ ਪਹਿਲਾਂ ਵਾਲੀ ਸਥਿਤੀ ਬਣਾਉਣ ਵਿੱਚ ਕਾਫੀ ਮਦਦ ਮਿਲੀ ਸੀ। ਅਤੇ ਨਾਲ ਹੀ ਭਾਰਤੀ ਕੰਪਨੀਆਂ ਸਮੇਂ-ਸਮੇਂ ਤੇ ਵਿਦੇਸ਼ੀ ਕੰਪਨੀਆਂ ਤੋਂ ਟੈਕਨੋਲੋਜੀ ਮੰਗਵਾਉਂਦੀਆਂ ਹਨ, ਜਿਸ ਕਾਰਨ ਦੇਸ਼ ਦਾ ਸਮਾਜਿਕ ਵਿਕਾਸ ਸੰਭਵ ਹੋ ਪਾਉਂਦਾ ਹੈ। ਸਮੇਂ ਸਿਰ ਟੈਕਸ ਭਰਨਾ। ਸਾਡੀ ਨੌਜਵਾਨ ਪੀੜ੍ਹੀ ਸਮੇਂ ਸਿਰ ਟੈਕਸ ਭਰ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇ ਸਕਦੀ ਹੈ, ਕਿਉਂਕਿ ਜਿਹੜਾ ਪੈਸਾ ਸਰਕਾਰ ਟੈਕਸ ਰਾਹੀਂ ਪ੍ਰਾਪਤ ਕਰਦੀ ਹੈ ਉਸ ਪੈਸੇ ਨੂੰ ਉਹ ਸੜਕਾਂ, ਡੈਮ, ਰੇਲ ਪਟਰੀਆਂ ਆਦਿ ਨੂੰ ਬਣਾਉਣ ਵਿੱਚ ਲਗਾਉਂਦੀ ਹੈ ਅਤੇ ਇਸੇ ਪੈਸੇ ਨਾਲ ਉਹ ਦੇਸ਼ ਦੇ ਸਫਾਈ ਕਰਮਚਾਰੀਆਂ ਨੂੰ ਤਨਖਾਹਾਂ ਵੀ ਦਿੰਦੀ ਹੈ, ਜਿਸ ਨਾਲ ਦੇਸ਼ ਵਿੱਚ ਸਫਾਈ ਵੀ ਬਣੀ ਰਹਿੰਦੀ ਹੈ। ਇਸ ਤਰ੍ਹਾਂ ਸਮੇਂ ਸਿਰ ਟੈਕਸ ਭਰ ਕੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾ ਸਕਦੇ ਹਾਂ। ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨਾ। ਦੇਸ਼ ਦੀ ਨੌਜਵਾਨ ਪੀੜ੍ਹੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸੱਭਿਆਚਾਰ ਬਾਰੇ ਜਾਗਰੂਕ ਕਰਕੇ ਯੋਗਦਾਨ ਪਾ ਸਕਦੀ ਹੈ। ਸਹੀ ਵਿਅਕਤੀ ਨੂੰ ਵੋਟ ਪਾਉਣਾ। ਦੇਸ਼ ਦੀ ਨੌਜਵਾਨ ਪੀੜ੍ਹੀ ਦੇਸ਼ ਦੇ ਵਿਕਾਸ ਵਿੱਚ ਅਹਿਮ ਰੋਲ ਨਿਭਾ ਸਕਦੀ ਹੈ ਜੇਕਰ ਉਹ ਚੋਣਾਂ ਸਮੇਂ ਸਹੀ ਵਿਅਕਤੀ ਨੂੰ ਵੋਟ ਦੇਵੇ। ਨੌਜਵਾਨ ਪੀੜ੍ਹੀ ਦਾ ਇੱਕ ਵੋਟ ਦੇਸ਼ ਨੂੰ ਸਿਖਰ ਤੱਕ ਲੈ ਜਾ ਸਕਦਾ ਹੈ, ਕਿਉਂਕਿ ਸਹੀ ਵਿਅਕਤੀ ਦੇਸ਼ ਨੂੰ ਸਫਲ ਦੇਸ਼ ਜਾਂ ਵਿਕਸਿਤ ਦੇਸ਼ ਬਣਾ ਸਕਦਾ ਹੈ ਅਤੇ ਬੁਰੇ ਵਿਅਕਤੀ ਦੀ ਚੋਣ ਦੇਸ਼ ਨੂੰ ਅਵਿਕਸਿਤ ਦੇਸ਼ ਬਣਾ ਦਿੰਦੀ ਹੈ। ਸਹੀ ਵਿਅਕਤੀ ਨੂੰ ਵੋਟ ਪਾਉਣਾ ਸਾਡਾ ਫਰਜ਼ ਹੈ। ਨੌਜਵਾਨ ਪੀੜ੍ਹੀ ਦੇ ਹੋਰ ਫਰਜ਼। ਨੌਜਵਾਨ ਪੀੜ੍ਹੀ ਦੇ ਹੋਰ ਬਹੁਤ ਸਾਰੇ ਫਰਜ਼ ਹਨ ਜਿਨ੍ਹਾਂ ਨਾਲ ਉਹ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਵੇਂ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਨਤੀਜਿਆਂ ਤੋਂ ਅਵਗਤ ਕਰਵਾਉਣਾ, ਇਸ ਦੀ ਸਿੱਖਿਆ ਨੂੰ ਬਲ ਦੇਣਾ, ਕੁੜੀ ਤੇ ਮੁੰਡੇ ਵਿੱਚ ਫਰਕ ਨਾ ਕਰਨਾ, ਸਰਕਾਰ ਦੇ ਨਿਯਮਾਂ ਤੇ ਕਾਨੂੰਨਾਂ ਦਾ ਪਾਲਣ ਕਰਨਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਦਾ ਨੌਜਵਾਨ ਦੇਸ਼ ਦਾ ਭਵਿੱਖ ਅਤੇ ਦੇਸ਼ ਦਾ ਵਿਕਾਸ ਕਰਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਧੰਨਵਾਦ। ਥੈਂਕ ਯੂ ਆਕਾਂक्षा, ਬਹੁਤ ਖੂਬਸੂਰਤ ਵਿਚਾਰ ਪੇਸ਼ ਕੀਤੇ ਤੁਸੀਂ। ਜਿਵੇਂ ਕਿ ਇੱਥੇ ਪਹਿਲੇ ਮੈਂ ਸਟਾਰਟਿੰਗ ਦੇ ਵਿੱਚ ਪ੍ਰਿੰਸੀਪਲ ਸਰ ਨੂੰ ਬੁਲਾਇਆ ਸੀ ਡਾਇਸ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਬਿਲਕੁਲ ਲਾਸਟ ਤੇ ਬੋਲਣਾ ਚਾਹੁੰਦਾ ਸੀ, ਤੇ ਉਦੋਂ ਵੀ ਮੈਂ ਸੋਚਿਆ ਸੀਗਾ ਕਿ ਦੁਬਾਰਾ ਫਿਰ ਬੁਲਾ ਲਾਂਗੇ ਆਪਾਂ ਸਰ ਨੂੰ, ਤੇ ਮੈਂ ਹੁਣੇ ਪੁੱਛਿਆ, ਮੈਂ ਕਿਹਾ ਸਰ ਪਲੀਜ਼ ਤੁਸੀਂ ਬੋਲੋਗੇ 2 ਮਿੰਟ? ਸਰ ਕਹਿੰਦੇ ਜ਼ਰੂਰ। ਤੇ ਮੇਰੀ ਸਰ ਨੂੰ ਰਿਕੁਐਸਟ ਹੈ ਕਿ ਸਰ ਪਲੀਜ਼ ਸਾਡੇ ਨਾਲ 2 ਸ਼ਬਦ ਸਾਂਝੇ। ਪਿਆਰੇ ਵਿਦਿਆਰਥੀਓ, ਇੰਨੇ ਵਿਦਿਆਰਥੀਆਂ ਦੇ ਵਿੱਚੋਂ 1500 ਵਿਦਿਆਰਥੀਆਂ ਦੇ ਵਿੱਚੋਂ ਕਿੰਨੀ ਐਂਟਰੀ ਸੀ ਸਰ? 25? ਹਾਂਜੀ 27 27 ਐਂਟਰੀਜ਼ ਆਈਆਂ ਸੀਗੀਆਂ, ਤੇ 27 ਦੇ ਵਿੱਚੋਂ ਫੇਰ ਉੱਪਰਲੇ 5। ਪਹਿਲੀ ਗੱਲ ਤਾਂ ਉਹ ਸਾਰੇ 27 ਦੇ 27 ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇਸ ਕੰਪੀਟੀਸ਼ਨ 'ਚ ਪਾਰਟਿਸਿਪੇਟ ਕੀਤਾ। ਉਸ ਤੋਂ ਬਾਅਦ ਉਹ 5 ਵੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਉੱਪਰਲੀਆਂ ਪੋਜੀਸ਼ਨਾਂ ਹਾਸਲ ਕੀਤੀਆਂ। ਉਸ ਤੋਂ ਵੀ ਅੱਗੇ ਵਧਾਈ ਵਾਲੀ ਗੱਲ ਇਹ ਹੈ ਕਿ ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹ ਬਾਕਮਾਲ ਸੀ। ਬੇਸ਼ੱਕ ਅਸੀਂ ਇਸ ਨੂੰ ਲੇਖ ਮੁਕਾਬਲਾ ਰੱਖਿਆ ਸੀ, ਲੇਕਿਨ ਜੇ ਅਸੀਂ ਇਸ ਨੂੰ ਪੇਪਰ ਰੀਡਿੰਗ ਕੰਪੀਟੀਸ਼ਨ ਕਹਿ ਦਈਏ ਤਾਂ ਮੇਰੇ ਖਿਆਲ ਹੈ ਅਤਕਥਨੀ ਨਹੀਂ ਹੋਏਗੀ। ਇੰਨੇ ਅੱਛੇ ਢੰਗ ਨਾਲ ਪੇਪਰ ਰੀਡਿੰਗ ਕਰਨੀ, ਕਨਫੀਡੈਂਟਲੀ ਪੇਪਰ ਰੀਡਿੰਗ ਕਰਨੀ, ਜਿਹੜੇ ਵੀ ਇਹ ਚਾਰੋਂ ਕੈਂਡੀਡੇਟ ਬੋਲੇ ਹੈ ਚਾਰਾਂ ਦਾ ਹੀ ਬਹੁਤ ਅੱਛਾ ਇੰਪ੍ਰੈਸ਼ਨ ਸੀ। ਦਿਲਪ੍ਰੀਤ ਦਾ ਪੰਜਾਬੀ 'ਚ ਸੀ, ਉਹਨੇ ਤੁਹਾਡੇ ਮਨ 'ਤੇ ਅਸਰ ਥੋੜ੍ਹਾ ਜ਼ਿਆਦਾ ਕੀਤਾ। ਲਾਸਟ ਵਾਲਾ ਪੰਜਾਬੀ ਸੀ, ਲੇਕਿਨ ਜਿਹੜੇ ਪਹਿਲੇ 2 ਸੀਗੇ ਯੁਕਤਾ ਦਾ ਔਰ ਜੌਲ ਦਾ, ਹਰਗੁਰਜੋਤ ਜੌਲ ਦਾ, ਉਹ ਅੰਗਰੇਜ਼ੀ ਸੀ ਲੇਕਿਨ ਉਹ ਵੀ ਬੜੇ ਇੰਪ੍ਰੈਸਿਵ ਸੀ। ਯੁਕਤਾ ਜਦੋਂ ਬੋਲ ਰਹੀ ਸੀ ਮੈਂ ਉਦੋਂ ਸਰ ਦੇ ਕੰਨ 'ਚ ਗੱਲ ਕੀਤੀ ਕਿ ਤੁਸੀਂ ਅੰਗਰੇਜ਼ੀ ਦੇ ਮਾਹਰ ਹੋ, ਮੈਨੂੰ ਲੱਗਦਾ ਇਹਦਾ ਪ੍ਰੋਨਾਂਸੀਏਸ਼ਨ ਬੜਾ ਅੱਛਾ। ਤਾਂ ਉਹਨਾਂ ਨੇ ਮੇਰੀ ਇਸ ਗੱਲ ਦੀ ਜਿਹੜੀ ਹੈ ਹਾਮੀ ਭਰੀ ਕਿ ਹਾਂ ਵਾਕਿਆ ਅੱਛਾ। ਦਿਲਪ੍ਰੀਤ ਦਾ ਵੀ ਜਿਹੜਾ ਡਿਲੀਵਰੀ ਸੀ ਬੜੀ ਅੱਛੀ ਸੀ, ਇਹਨੇ ਸਹਿਜ ਨਾਲ ਬੋਲਣਾ ਸਾਰਿਆਂ ਦੇ, ਕਿ ਕੋਈ ਘਬਰਾਹਟ ਨਹੀਂ, ਕੋਈ ਚਿੰਤਾ ਨਹੀਂ। ਇਹੀ ਚੀਜ਼ਾਂ ਅਸੀਂ ਤੁਹਾਨੂੰ ਸਿਖਾਉਣੀਆਂ ਚਾਹੁੰਦੇ ਹਾਂ। ਇਸ ਤਰ੍ਹਾਂ ਦੇ ਵਿਦਿਆਰਥੀ ਜਦੋਂ ਅੱਗੇ ਜਾਣਗੇ, ਕੱਲ੍ਹ ਨੂੰ ਕੋਈ ਨੇਤਾ ਬਣਨਗੇ ਜਾਂ ਆਫਿਸਰ ਬਣਨਗੇ ਜਾਂ ਪ੍ਰੋਫੈਸਰ ਬਣਨਗੇ, ਤਾਂ ਉਹ ਇਹ ਜਿਹੜੀਆਂ ਪਿਰਤਾਂ ਆਪ ਲੈ ਕੇ ਚੱਲੇ ਆ ਉਹ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰਨਗੇ। ਸੋ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਇੱਕ ਵਧਾਈ ਉਹਨਾਂ ਨੂੰ ਵੀ ਹੈ ਜਿਹੜੇ ਇਸ ਹਾਲ 'ਚ ਬੈਠ ਕੇ ਸਾਰਾ ਪ੍ਰੋਗਰਾਮ ਮਾਣ ਰਹੇ ਆ। ਤੁਸੀਂ ਆਪਣੇ ਲਈ ਵੀ ਤਾੜੀ ਮਾਰੋ।
ਕਿਸੇ ਨਾ ਕਿਸੇ ਗੱਲ ਨੇ ਜ਼ਰੂਰ ਸਾਨੂੰ ਪ੍ਰਭਾਵਿਤ ਕਰਨਾ ਹੁੰਦਾ, ਉਹ ਚੀਜ਼ ਪ੍ਰਭਾਵਿਤ ਕਰਦੀ ਹੈ। ਜੇ ਅਸੀਂ ਚੰਗੀਆਂ ਗੱਲਾਂ ਕਰ ਰਹੇ ਹਾਂ ਤਾਂ ਕੋਈ ਨਾ ਕੋਈ ਗੱਲ ਤੁਸੀਂ ਜਿਹੜੀ ਚੀਜ਼ ਸਵੇਰੇ ਸੁਣ ਲਓਗੇ ਨਾ, ਉਹੀ ਤੁਹਾਡੀ ਜ਼ੁਬਾਨ ਤੇ ਚੱਲੀ ਜਾਊਗੀ। ਜੇ ਤਾਂ ਤੁਸੀਂ ਕੋਈ ਭਜਨ ਸੁਣ ਲਿਆ ਤਾਂ ਭਜਨ ਚੱਲੀ ਜਾਊਗਾ, ਐਸੀ ਲਾਗੀ ਲਗਨ ਮੀਰਾ ਹੋ ਗਈ ਮਗਨ। ਤੇ ਜੇ ਤੁਸੀਂ ਕੋਈ ਉਸ ਤਰ੍ਹਾਂ ਦਾ ਗੀਤ ਸੁਣੋਗੇ ਤਾਂ ਫਿਰ ਉਹ ਗੀਤ ਹੀ ਸਾਰਾ ਦਿਨ ਚੱਲੀ ਜਾਊਗਾ। ਉਹੀ ਚੀਜ਼ ਦਿਮਾਗ ਦੇ ਵਿੱਚ ਆਉਂਦੀ ਰਹਿੰਦੀ ਜਿਹੜੀ ਤੁਸੀਂ ਸਵੇਰੇ ਸਵੇਰੇ ਸੁਣਦੇ ਹੋ। ਸੋ ਮੈਂ ਦੁਬਾਰਾ ਆਇਆ, ਵੈਸੇ ਦੁਬਾਰਾ ਨਹੀਂ ਆਉਣਾ ਚਾਹੀਦਾ ਹੁੰਦਾ ਸਟੇਜ ਤੇ, ਇੱਕ ਵਾਰੀ ਆਇਆ ਬੰਦਾ ਬਹੁਤ ਹੁੰਦਾ, ਪਰ ਮੈਥੋਂ ਰਿਹਾ ਨਹੀਂ ਗਿਆ। ਮੈਂ ਸਰ ਨੂੰ ਕਿਹਾ ਕਿ ਮੈਂ ਬੱਚਿਆਂ ਨੂੰ ਕੁਝ ਸ਼ਾਬਾਸ਼ ਜਿਹੜੀ ਹੈ ਜ਼ਰੂਰ ਦੇਣੀ ਚਾਹੁੰਦਾ। ਔਰ ਖਾਸ ਗੱਲ ਇਹ ਹੈ ਕਿ ਜਿਹੜਾ ਇਹ ਪ੍ਰੋਗਰਾਮ ਅੱਜ ਆਪਾਂ ਕਰ ਰਹੇ ਹਾਂ ਕਿ ਉਹ ਵੈਲ ਪਲੈਨਡ ਪ੍ਰੋਗਰਾਮ ਨਹੀਂ ਸੀਗਾ। ਵੈਲ ਪਲੈਨਡ ਇਨ ਦਾ ਸੈਂਸ ਕਿ ਕੋਈ ਲੰਬੀ ਪਲੈਨਿੰਗ ਨਹੀਂ ਸੀ ਇਹਦੀ। ਇਹ ਸਵੇਰੇ ਡਾਕਟਰ ਖੰਨਾ ਆਏ ਤੇ ਇਹਨਾਂ ਨੇ ਦੱਸਿਆ ਜੀ ਐਂਟਰੀਜ਼ ਆ ਗਈਆਂ, ਉਹ ਆਪਾਂ ਸਿਲੈਕਟ ਕਰ ਲਈਆਂ 5। ਤੇ ਮੈਂ ਕਿਹਾ ਫਿਰ ਅਗਲਾ ਪ੍ਰੋਗਰਾਮ ਆਪਣਾ ਕੀ ਹੈ। ਅਸੀਂ ਥੋੜੀ ਜਿਹੀ ਡਿਸਕਸ਼ਨ ਕੀਤੀ ਤੇ ਬਸ ਅਸੀਂ ਪ੍ਰੋਗਰਾਮ ਫਾਈਨਲ ਕਰਤਾ ਵੀ ਅੱਜ ਆਪਾਂ ਬੱਚੇ ਬੁਲਾਵਾਂਗੇ ਤੇ ਉਹਨਾਂ ਨੂੰ ਸਟੇਜ ਤੇ ਜਿਹੜਾ ਹੈਗਾ ਉਹ ਮਾਈਕ ਦੇ ਉੱਤੇ ਉਹ ਬੱਚੇ ਆਪਣਾ ਲੇਖ ਜਿਹੜਾ ਪੜ੍ਹਨਗੇ, ਪੇਪਰ ਰੀਡ ਕਰਨਗੇ। ਸੋ ਇਸ ਤਰ੍ਹਾਂ ਹੀ ਸਬਬ ਬਣ ਗਿਆ। ਔਰ ਸਾਡਾ ਸਾਰੇ ਸਾਥੀਆਂ ਦਾ ਇਸ ਕਿਸਮ ਦਾ ਇੱਕ ਸਿਸਟਮ ਹੈ ਕਿ ਜਿਹੜੀ ਗੱਲ ਇੱਕ ਬੰਦੇ ਦੇ ਮਨ 'ਚ ਆ ਗਈ, ਬਾਕੀ ਟੇਸਟ ਦੀ ਗੱਲ ਹੋ ਜਾਂਦੀ ਹੈ। ਸਾਰੇ ਜਿਹੜੇ ਬੰਦੇ ਆ ਟੇਸਟ ਵਾਲੇ ਆ, ਇਹਨਾਂ ਦਾ ਅੱਛਾ ਲਿਟਰੇਰੀ ਗੱਲਾਂ ਦੇ ਵਿੱਚ, ਲਿਟਰੇਰੀ ਪ੍ਰੋਗਰਾਮਸ ਦੇ ਵਿੱਚ ਕੋਈ ਇਨੋਵੇਟਿਵ ਪ੍ਰੋਗਰਾਮਸ ਹੋਣ, ਤੁਸੀਂ ਹੈਰਾਨ ਹੋਗੇ ਜਿਹੜੇ ਸਰਟੀਫਿਕੇਟ ਤੁਹਾਨੂੰ ਦਿੱਤੇ ਜਾਣੇ ਇੱਕ ਛੋਟੇ ਜਿਹੇ ਬੱਚੇ ਨੇ ਤਿਆਰ ਕੀਤੇ ਤੁਹਾਡੇ ਵਾਸਤੇ। ਉਹ ਹੈ ਮਿਸ਼ਠੀ, ਡਾਕਟਰ ਸਾਹਿਬ ਦੀ ਬੇਟੀ ਹੈ, 7th ਕਲਾਸ 'ਚ ਪੜ੍ਹਦੀ ਹੈ। 7th ਸਰ 8th ਕਲਾਸ 'ਚ ਪੜ੍ਹਦੀ ਹੈ, ਬੜੀ ਜੀਨੀਅਸ ਹੈ। ਉਹਨੇ ਇਹ ਤੁਹਾਡੇ ਵਾਸਤੇ ਸਰਟੀਫਿਕੇਟ ਤਿਆਰ ਕੀਤੇ ਆ। ਅਸੀਂ ਕੋਈ ਪੈਸੇ ਖਰਚੇ ਹੀ ਨਹੀਂ, ਅਸੀਂ ਬਸ ਐਂ ਹੀ ਜਿਹੜਾ ਉਹ ਬਣਾ ਕੇ ਤੁਹਾਡੇ ਅੱਗੇ ਜਿਹੜੇ ਆ ਉਹ ਸਰਟੀਫਿਕੇਟ ਇੱਕ ਮਾਣ ਜਿਹੜਾ ਹੈ। ਪ੍ਰੈਸ ਤੋਂ ਤਾਂ ਬਹੁਤ ਸਰਟੀਫਿਕੇਟ ਛਪਦੇ ਆ, ਜਿਸ ਢੰਗ ਨਾਲ ਇਹ ਛਪ ਕੇ ਆਏ ਆ, ਬਣ ਕੇ ਆਏ ਆ, ਉਹ ਉਹਨਾਂ ਦੀ ਆਪਣੀ ਇੱਕ ਗ੍ਰੇਸ ਹੈ। ਤਾਂ ਮੇਰਾ ਖਿਆਲ ਹੈ ਤੁਸੀਂ ਇਸ ਦੀ ਜ਼ਰੂਰ ਕਦਰ ਕਰੋਗੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਸਰ ਨੇ ਕਿਹਾ ਕਿ 27 ਐਂਟਰੀਜ਼ ਆਈਆਂ ਸੀ ਤੇ ਉਹ ਸਾਰੇ ਹੀ ਸਟੂਡੈਂਟ ਵਧਾਈ ਦੇ ਪਾਤਰ ਨੇ ਤੇ ਜਿਹੜੇ ਇੱਥੇ ਬੈਠੇ ਨੇ ਉਹ ਵੀ ਵਧਾਈ ਦੇ ਪਾਤਰ ਨੇ। ਮੇਰੇ ਤੋਂ ਰਿਹਾ ਨਹੀਂ ਜਾ ਰਿਹਾ, ਫਿਰ 2 ਲਾਈਨਾਂ ਯਾਦ ਆ ਰਹੀਆਂ। मंजिल मिल ही जाएगी, मंजिल मिल ही जाएगी, भटकते ही सही, गुमराह तो वो है जो घर से निकलते ही नहीं, गुमराह तो वो है जो घर से निकलते ही नहीं। मैं रिक्वेस्ट करूँगी प्रिंसीपल सर ते प्रोफेसर साहिबान नू कि ਅਸੀਂ ਹੁਣ ਪ੍ਰਾਈਜ਼ ਵਿਨਰ ਸਟੂਡੈਂਟਸ ਨੂੰ ਜੋ ਪ੍ਰਮਾਣ ਪੱਤਰ ਦੇਣੇ ਨੇ ਉਹ ਰਸਮ ਅਦਾਇਗੀ ਦੀ ਸ਼ੁਰੂਆਤ ਕਰੀਏ। ਇਹਨਾਂ ਦੇ ਜਿਹੜੇ ਕੋਈ ਮੋਮੈਂਟੋ ਹੋਣਗੇ ਨਾ ਆਪਾਂ ਐਨੂਅਲ ਫੰਕਸ਼ਨ ਤੇ ਦੇਵਾਂਗੇ। ਅੱਜ ਸਿਰਫ ਸਰਟੀਫਿਕੇਟ ਸ਼ੀਲਡਸ ਐਨੂਅਲ ਫੰਕਸ਼ਨ ਤੇ ਇਹਨਾਂ ਸਟੂਡੈਂਟਸ ਨੂੰ ਪ੍ਰੈਜ਼ੈਂਟ ਕੀਤੀਆਂ ਜਾਣਗੀਆਂ। ਅੱਜ ਇਹਨਾਂ ਨੂੰ ਸਰਟੀਫਿਕੇਟਸ ਦਿੱਤੇ ਜਾਣਗੇ। ਅਨਾਉਂਸ ਕਰ ਰਹੀ ਹਾਂ ਹਰਗੁਰਜੋਤ ਕੌਰ, ਦਿਲਪ੍ਰੀਤ ਕੌਰ, ਯੁਕਤਾ, ਮਲਿਕਾ ਐਂਡ ਆਕਾਂक्षा। दिलप्रीत कौर, आकांक्षा गर्ग, मलिका। ਵੋਟ ਆਫ ਥੈਂਕਸ ਲਈ ਮੈਂ ਰਿਕੁਐਸਟ ਕਰੂੰਗੀ ਰਜਨ ਮੈਮ ਨੂੰ ਕਿ ਉਹ ਡਾਈਸ ਕਰੋ।
ਹਾਂਜੀ ਬੱਚੇ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਬਹੁਤ ਹੀ ਛੋਟਾ ਜਿਹਾ ਪ੍ਰੋਗਰਾਮ ਸੀ ਸਾਡਾ। ਸਾਡੇ ਕੋਲੇ ਜਿੱਦਾਂ ਕਿ ਕਲਾਸਿਸ ਦੇ ਵਿੱਚ ਬਿਜੀ ਵੀ ਸੀਗੇ, ਟਾਈਮ ਵੀ ਬਹੁਤ ਥੋੜ੍ਹਾ ਸੀਗਾ, ਥੋੜ੍ਹੇ ਜਿਹੇ ਟਾਈਮ 'ਚ ਉਲੀਕਿਆ ਗਿਆ। ਇਹ ਜਸਟ ਕਿੱਦਾਂ ਹੋਇਆ, ਸਾਡੇ ਬਹੁਤ ਹੀ ਰਿਸਪੈਕਟਡ ਸਰ ਪ੍ਰਿੰਸੀਪਲ ਸਰ ਦੀ ਗਾਈਡੈਂਸ ਕਰਕੇ ਹੋਇਆ, ਔਰ ਪਲੱਸ ਸਾਡਾ ਜਿਹੜਾ ਟੀਮ ਵਰਕ ਸੀਗਾ। ਅਸੀਂ ਸਾਰੇ ਬਹੁਤ ਹੀ ਅੱਛੇ, ਮਤਲਬ ਇੱਥੇ ਟੀਚਰ ਇੱਦਾਂ ਦੇ ਹੈ ਕਿ ਜਦੋਂ ਇੱਕ ਜਣਾ ਦੂਜੇ ਨੂੰ ਕੰਮ ਕਹਿੰਦਾ 1 ਮਿੰਟ ਦੇ ਵਿੱਚ ਉਹ ਹੋ ਜਾਂਦਾ। ਇੱਦਾਂ ਕਦੇ ਵੀ ਨਹੀਂ ਹੁੰਦਾ ਹਾਂਜੀ ਵੀ ਉਹ ਡਿਲੇ ਹੋ ਜੇ ਕੰਮ, ਭਾਵੇਂ ਅਸੀਂ ਕੋਈ ਬਿਜੀ ਤੋਂ ਬਿਜੀ ਸ਼ਡਿਊਲ ਦੇ ਵਿੱਚ ਉਹ ਟਾਈਮ ਕੱਢ ਕੇ ਮੀਨਜ਼ ਅਸੀਂ ਕਰ ਲੈਂਦੇ ਹਾਂ ਸਾਰੇ। ਤਾਂ ਜਿਹੜੇ ਬੱਚਿਆਂ ਨੇ ਅੱਜ ਜਿਹੜੀਆਂ ਪੋਜੀਸ਼ਨਸ ਹਾਸਲ ਕੀਤੀਆਂ ਫਸਟ ਪੋਲ 'ਤੇ, ਕੰਗ੍ਰੈਚੁਲੇਸ਼ਨਸ ਬੱਚੇ, ਬਹੁਤ ਅੱਛਾ ਬੋਲਿਆ ਤੁਸੀਂ, ਬਹੁਤ ਸੋਹਣਾ ਲਿਖਿਆ ਹੋਇਆ ਸੀਗਾ। ਔਰ ਜੇ ਅੱਜ ਗੱਲ ਕਰੀਏ, ਤੁਸੀਂ ਯੂਥ ਵੀਕ ਦੀ ਜਿਹੜਾ ਅਸੀਂ ਯੂਥ ਡੇ ਵੀ ਸੈਲੀਬ੍ਰੇਟ ਕਰ ਰਹੇ ਹਾਂ ਨਾ, ਜਿੱਦਾਂ ਮੈਂ ਕਲਾਸਿਸ ਦੇ ਵਿੱਚ ਵੀ ਬੱਚੇ ਤੁਹਾਨੂੰ ਕਹਿੰਦੀ ਹੁੰਦੀ ਹਾਂ, ਫਸਟ ਆਫ ਆਲ ਆਪਣੀ ਲਾਈਫ ਦਾ ਏਮ ਕੀ ਆ ਉਹ ਮੰਨ ਕੇ ਚੱਲੋ। ਤੁਸੀਂ ਕਾਲਜ ਦੇ ਵਿੱਚ ਇੱਕ ਸਟੈਪ ਵੀ ਰੱਖਿਆ, ਉਹ ਵੀ ਸੋਚ ਕੇ ਰੱਖੋ ਵੀ ਅੱਗੇ ਮੈਂ ਕਰਨਾ ਕੀ ਹੈ। ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕਾਲਜ ਭੇਜਤਾ, ਉਹਨਾਂ ਦਾ ਬਹੁਤ ਵੱਡਾ ਐਫਰਟ ਆ, ਹੈ ਨਾ। ਮੈਂ ਜਿੱਦਾਂ ਆਲਵੇਜ਼ ਕਹਿੰਦੀ ਹਾਂ ਕਿ ਆਲਵੇਜ਼ ਰਿਸਪੈਕਟ ਯੂਅਰ ਪੇਰੈਂਟਸ, ਐਲਡਰਸ ਐਂਡ ਟੀਚਰਸ ਆਲਸੋ। ਪੇਰੈਂਟਸ ਨੇ ਕਾਲਜ ਭੇਜਣਾ ਸੀ, ਉਹਨਾਂ ਨੇ ਆਪਣੀ ਡਿਊਟੀ ਕਰਤੀ, ਠੀਕ ਹੈ। ਔਰ ਤੁਹਾਨੂੰ ਇੱਥੋਂ ਅੱਛੇ ਇਨਸਾਨ ਬਣਾ ਕੇ ਕਿਹਨੇ ਭੇਜਣਾ? ਟੀਚਰਸ ਨੇ, ਠੀਕ ਹੈ। ਤਾਂ ਟੀਚਰਸ ਦੀ ਰਿਸਪੈਕਟ ਤੁਸੀਂ ਆਲਵੇਜ਼ ਕਰੋਗੇ, ਠੀਕ ਹੈ। ਕਦੇ ਵੀ ਡਿਸਰਿਸਪੈਕਟ ਨਹੀਂ ਕਰੋਗੇ। ਹੋ ਸਕਦਾ ਟੀਚਰ ਮੇਰੇ ਵਰਗਾ ਕਈ ਵਾਰ ਕਲਾਸ ਦੇ ਵਿੱਚ ਸਟ੍ਰਿਕਟ ਬਹੁਤ ਹੁੰਦਾ ਹੈ ਨਾ, ਬਟ ਮੈਂ ਕਹਿੰਦੀ ਹੁੰਦੀ ਵੀ ਤੁਹਾਡੀ ਟੈਨਸ਼ਨ ਕੌਣ ਕਰਦਾ ਹੈ? ਜਿਹਨੂੰ ਤੁਹਾਡੀ ਕੋਈ ਫਿਕਰ ਹੈ। ਤੁਸੀਂ ਘਰੇ 12 ਵਜੇ ਐਂਟਰ ਕਰਦੇ ਹੋ ਕਦੇ ਰਾਤ ਨੂੰ, ਠੀਕ ਹੈ, ਤੁਹਾਡੇ ਪੇਰੈਂਟਸ ਹੀ ਬੋਲਦੇ ਆ ਬੇਟਾ ਲੇਟ ਕਿਉਂ ਆਇਆ। ਕਦੇ ਨੇਬਰ ਦੇ ਵਿੱਚੋਂ ਕੋਈ ਜਾਗਦਾ ਹੋਇਆ, ਉਸ ਟਾਈਮ ਤੁਹਾਡੀ ਮਦਰ ਹੀ ਜਾਗ ਰਹੀ ਹੋਊਗੀ, ਹੋ ਸਕਦਾ ਈਵਨ ਉਹਨੇ ਖਾਣਾ ਵੀ ਨਾ ਖਾਧਾ ਹੋਵੇ ਤੁਹਾਡੀ ਟੈਨਸ਼ਨ ਦੇ ਵਿੱਚ, ਹੈ ਨਾ। ਇਹੀ ਹੁੰਦਾ ਨਾ, ਕਦੇ ਵੀ ਨੇਬਰ ਦੇ ਵਿੱਚੋਂ ਤੁਹਾਡੀ ਆਂਟ ਨੇ, ਕਿਸੇ ਨੇ ਆ ਕੇ ਤੁਹਾਨੂੰ ਨਹੀਂ ਕਿਹਾ ਹੋਣਾ ਬੇਟਾ ਲੇਟ ਕਿਉਂ ਆਇਆ, ਕਦੇ ਵੀ ਨਹੀਂ ਹੁੰਦਾ। ਤਾਂ ਇੱਦਾਂ ਹੀ ਟੀਚਰਸ ਤੁਹਾਡੀ ਮੀਨਸ ਟੈਨਸ਼ਨ ਲੈਂਦੇ ਹੁੰਦੇ ਆ। ਉਹਨਾਂ ਨੂੰ ਇਹ ਹੁੰਦਾ ਕਿ ਇਹ ਮੇਰੇ ਸਟੂਡੈਂਟ ਹੈ। ਜਿੱਦਾਂ ਮੈਂ ਕਲਾਸ ਦੇ ਵਿੱਚ ਕਹਿਣੀ ਹੁੰਦੀ ਵੀ ਜਦੋਂ ਮੈਂ ਕਹਤਾ ਵੀ ਮੇਰੇ ਸਟੂਡੈਂਟ ਆ, ਮੈਂ ਉਹਨਾਂ ਦੀ ਬਹੁਤ ਟੈਨਸ਼ਨ ਲੈਣੀ ਹੁੰਦੀ ਹੈ ਅਤੇ ਮੈਂ ਉਹਨਾਂ ਨੂੰ ਸਿੰਸੀਅਰਲੀ ਕਰਵਾਉਂਗੀ, ਜੋ ਵੀ ਬੋਲੂੰਗੀ ਸਟ੍ਰਿਕਟਲੀ ਹੋ ਸਕਦਾ ਉਹਨਾਂ ਨੂੰ ਮੈਂ ਕਦੇ ਬੋਲ ਵੀ ਜਾਵਾਂ, ਠੀਕ ਹੈ। ਬਟ ਕਦੇ ਵੀ ਟੀਚਰ ਦਾ ਬੁਰਾ ਨਹੀਂ ਮੰਨਣਾ ਉਸ ਚੀਜ਼ ਨੂੰ, ਠੀਕ ਹੈ। ਆਪਣੀ ਲਾਈਫ ਦਾ ਇੱਕ ਏਮ ਬਣਾ ਕੇ ਚੱਲੋ, ਲਾਈਫ ਦੇ ਵਿੱਚ ਫੇਰ ਹੀ ਸਕਸੈਸਫੁਲ ਹੋਵੋਗੇ। ਨਹੀਂ ਤਾਂ ਫਿਰ ਜੇ ਤੁਹਾਡਾ ਕੋਈ ਲਾਈਫ ਦਾ ਏਮ ਹੀ ਨਹੀਂ ਹੈਗਾ, ਹਾਂਜੀ ਕਾਲਜ ਆਏ, ਕਾਲਜ ਆ ਕੇ ਮੁੜ ਗਏ, ਗੇੜੇ ਲਗਾਏ, ਇੱਦਾਂ ਤਾਂ ਟਾਈਮ ਸਪੈਂਡ ਤਾਂ ਹੋ ਹੀ ਜਾਊਗਾ। ਬਟ ਅੱਛੇ ਇਨਸਾਨ ਬਣ ਕੇ ਕਾਲਜ ਦੇ ਵਿੱਚ ਸਟੈਪ ਰੱਖਿਆ, ਬਟ ਹੁਣ ਜਦੋਂ ਕਾਲਜ ਤੋਂ ਬਾਹਰ ਜਾਓਗੇ ਤੁਸੀਂ ਤਾਂ ਅੱਛੀ ਪਰਸਨੈਲਿਟੀ ਦੇ ਨਾਲ ਅੱਛਾ ਤੁਸੀਂ ਕੁਝ ਗੇਨ ਕਰਕੇ ਹੀ ਜਾਓਗੇ। ਇਹ ਆਪਣੇ ਆਪ ਦੇ ਨਾਲ ਪ੍ਰੋਮਿਸ ਕਰੋਗੇ, ਜਿਹੜਾ ਵੀ ਅਸੀਂ ਅੱਜ ਯੂਥ ਡੇ ਨੂੰ ਐਜ਼ ਏ ਯੂਥ ਵੀਕ ਸੈਲੀਬ੍ਰੇਟ ਕਰ ਰਹੇ, ਠੀਕ ਹੈ। ਔਰ ਅੱਜ ਤੁਸੀਂ ਬਹੁਤ ਅੱਛਾ ਡਿਸਿਪਲਿਨ ਵੀ ਸ਼ੋਅ ਕੀਤਾ। ਮੈਨੂੰ ਵਾਰ-ਵਾਰ ਜਿਵੇਂ NSS ਦੇ ਸਟੂਡੈਂਟਸ ਕਹਿ ਵੀ ਰਹੇ ਆ ਮੈਮ ਕਦੋਂ ਕੈਂਪ ਲੱਗੂਗਾ, ਠੀਕ ਆ, ਤੁਸੀਂ ਬਹੁਤ ਇੰਜੋਏ ਵੀ ਕਰਦੇ ਹੋ, ਬਟ ਇੱਕ ਮੈਸੇਜ ਫੋਰਵਰਡ ਕਰਨਾ ਅਸੀਂ। ਇਹ ਨਹੀਂ ਹੈਗਾ ਹਾਂਜੀ ਕੈਂਪ ਦੇ ਵਿੱਚ ਆਏ ਸੀਗੇ ਬੱਚੇ, ਰੌਲਾ ਪਾਇਆ, ਇਹ ਕੀਤਾ, ਇੰਜੋਏ ਕੀਤਾ, ਇਹ ਨਹੀਂ ਹੁੰਦਾ। ਬਹੁਤ ਸਾਰੇ ਬੱਚੇ ਹੈਗੇ ਕਿ ਬਹੁਤ ਸੋਹਣਾ ਕੰਮ ਕਰਦੇ ਆ, ਬਹੁਤ ਅੱਛਾ ਕਰਦੇ ਆ, ਠੀਕ ਹੈ। ਲਾਸਟ ਟਾਈਮ ਜਦੋਂ ਅਸੀਂ ਕੈਂਪ ਲਗਾਇਆ ਸੀ ਤਾਂ ਕਿਚਨ ਦੇ ਵਿੱਚ ਬॉयਜ਼ ਨੇ ਬਹੁਤ ਜ਼ਿਆਦਾ ਹੈਲਪ ਕੀਤੀ, ਈਵਨ ਗਰਲਸ ਤਾਂ ਕਰ ਹੀ ਰਹੀਆਂ ਸੀਗੀਆਂ, ਨਾਲ ਬॉयਜ਼ ਦੀ ਇੰਨੀ ਹੈਲਪ ਸੀਗੀ ਮੈਨੂੰ ਸੋਚਣਾ ਹੀ ਨਹੀਂ ਪੈਂਦਾ ਸੀਗਾ ਵੀ ਮੈਂ ਉਹਨਾਂ ਨੂੰ ਕਹਿ ਕੇ ਜਾਂਦੀ ਸੀ ਬੱਚੇ ਆਹ ਬਣਾ ਲਿਓ ਅੱਜ, ਤੇ ਆਉਂਦਿਆਂ ਨੂੰ ਰੈਡੀ ਹੁੰਦਾ ਸੀਗਾ, ਹੈ ਨਾ। ਜਿਵੇਂ ਅੱਜ ਵੀ ਬੱਚਾ ਕਹਿ ਰਿਹਾ ਸੀ ਮੈਡਮ ਕੜਾਈ ਅਸੀਂ ਲੈ ਕੇ ਆਵਾਂਗੇ, ਮਤਲਬ ਉਹਨਾਂ ਦੇ ਵਿੱਚ ਹੈ ਉਹ ਚੀਜ਼ ਵੀ ਜਲਦੀ ਕੈਂਪ ਲਗਾਓ। ਬਟ ਤੁਸੀਂ ਸੁਸਾਇਟੀ ਦੇ ਵਿੱਚ ਜਾ ਕੇ ਮੈਸੇਜ ਦੇਣਾ ਗਾ, ਠੀਕ ਹੈ। NSS ਵਲੰਟੀਅਰ ਦਾ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ, ਮੈਸੇਜ ਫੋਰਵਰਡ ਕਰੋਗੇ, ਇੱਕ ਐਜ਼ ਏ ਐਗਜ਼ਾਮਪਲ ਜਾਓਗੇ, ਠੀਕ ਹੈ। ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਫੀਲ ਕਰਨਾ। ਇੱਕ ਬੱਚਾ ਕਹਿ ਰਿਹਾ ਸੀ ਮੈਡਮ ਸਾਡੇ ਤੋਂ ਝਾੜੂ ਪੋਚਾ ਤਾਂ ਨਹੀਂ ਕਰਵਾਓਗੇ, ਤੇ ਜੇ ਕਰਨਾ ਵੀ ਪੈ ਜਾਊਗਾ ਆਪਾਂ ਨੂੰ ਥੋੜਾ ਬਹੁਤ ਤਾਂ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ, ਰਾਈਟ, ਠੀਕ ਹੈ। ਆਲਵੇਜ਼ ਇੱਕ એનર્ਜੀ ਦੇ ਨਾਲ ਆਉਣਾ ਗਾ, ਭਾਵੇਂ ਉਹ ਕੈਂਪ ਆ, ਭਾਵੇਂ ਕਲਾਸਰੂਮ ਆ, ਭਾਵੇਂ ਤੁਹਾਡਾ ਕਾਲਜ ਆ, ਭਾਵੇਂ ਕੋਈ ਫੰਕਸ਼ਨ ਆ। ਇੱਥੇ ਕਈ ਵਾਰ ਫੰਕਸ਼ਨ ਹੋਣਾ ਹੁੰਦਾ, ਆਪਾਂ ਨੂੰ ਕਈ ਵਾਰ ਸੋਚ ਕੇ ਬੁਲਾਉਣਾ ਪੈਂਦਾ ਵੀ ਬੱਚੇ ਆ ਜਾਓ, ਬਟ ਅੱਜ ਕੀ ਸੀਗਾ ਸਾਨੂੰ ਭੇਜਣਾ ਪੈ ਰਿਹਾ ਸੀਗਾ ਬੱਚੇ ਤੁਸੀਂ ਚਲੇ ਜਾਓ, ਕੁਛ ਸਾਡੇ ਕੋਲ ਇੰਨੇ ਬੱਚੇ ਬਿਠਾਏ ਨਹੀਂ ਜਾਣੇ, ਹੈ ਨਾ। ਇਹ ਸੀਗਾ ਮਤਲਬ ਸੀ ਤੁਹਾਡੇ 'ਚ ਸਪਿਰਿਟ ਕੀ ਅਸੀਂ ਸੁਣਨਾ ਕੁਛ
ਇੱਕ ਸਟਾਰਟਿੰਗ ਇਹ ਸੀਗੀ ਕਿ ਐਨਐਸਐਸ ਦਾ ਸ਼ਾਇਦ ਕੈਂਪ ਹੀ ਲੱਗਣ ਜਾ ਰਿਹਾ, ਅੱਜ ਅੱਧੇ ਬੱਚਿਆਂ ਦੇ ਦਿਮਾਗ 'ਚ ਸਹੀ ਚੱਲ ਰਿਹਾ ਸੀ ਮੈਮ ਕੈਂਪ ਸਟਾਰਟ ਹੋ ਰਿਹਾ, ਤਾਂ ਉਹ એનર્ਜੀ ਹੈਗੀ ਆ, ਬਹੁਤ ਸਾਰੇ ਬੱਚਿਆਂ 'ਚ ਸਪਿਰਿਟ ਹੈਗੀ ਆ, ਉਹਨੂੰ ਕੰਟੀਨਿਊ ਰੱਖਣਾ ਬੱਚੇ, ਠੀਕ ਹੈ। ਆਲ ਦੀ ਬੈਸਟ ਵਿਸ਼ੇਸ ਫॉर ਯਰ ਫਿਊਚਰ। ਬਹੁਤ ਅੱਛਾ ਤੁਸੀਂ ਅੱਜ ਡਿਸਿਪਲਿਨ ਦਿੱਤਾ ਸਾਨੂੰ, ਠੀਕ ਹੈ, ਇਦਾਂ ਹੀ ਇਹਨੂੰ ਕੰਟੀਨਿਊ ਰੱਖਣਾ ਵਾ। ਥੈਂਕਸ। ਥੈਂਕ ਯੂ ਮੈਮ। ਇੱਕ ਵਾਰ ਫਿਰ ਤੋਂ ਮੈਂ ਇੱਥੇ ਪਹੁੰਚੇ ਹੋਏ ਇੱਕ ਪਰਸਨ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਤੇ ਜਿਵੇਂ ਅਸੀਂ ਹਮੇਸ਼ਾ ਕਿਸੇ ਵੀ ਫੰਕਸ਼ਨ ਦੀ ਜਿਹੜੀ ਐਂਡਿੰਗ ਹੈ ਉਹ ਨੈਸ਼ਨਲ ਐਂਥਮ ਦੇ ਨਾਲ ਕਰਦੇ ਹਾਂ, ਮੇਰੀ ਸਭ ਨੂੰ ਰਿਕੁਐਸਟ ਹੈ ਕਿ ਨੈਸ਼ਨਲ ਐਂਥਮ ਦੀ ਰਿਸਪੈਕਟ ਦੇ ਵਿੱਚ ਖੜੇ ਹੋ। Thank you all.